ਤੁਸੀਂ ਦੇਖ ਰਹੇ ਹੋ ਗੌਰਵ ਸ਼ੁਕਲਾ, ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਨੂੰ ਲੈ ਕੇ ਰੇੜਕਾ ਬਰਕਰਾਰ ਹੈ। ਅਜੇ ਵੀ ਕਲੀਅਰ ਨਹੀਂ ਹੈ ਕਿ ਕਦੋਂ ਗੱਲਬਾਤ ਹੋਵੇਗੀ। ਅੱਜ ਦੀ ਮੀਟਿੰਗ ਤੋਂ ਬਾਅਦ ਵੀ ਇਹ ਸਾਫ਼ ਨਹੀਂ ਹੋ ਸਕਿਆ। ਉਧਰ ਕਿਸਾਨਾਂ ਦੇ ਵੱਲੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਖੇਤੀ ਕਾਨੂੰਨ ਗੈਰ ਸੰਵਿਧਾਨਿਕ ਨੇ। ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਕੇਂਦਰ ਨੇ ਦਖਲ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਫੂਡ ਗ੍ਰੇਨ ਅਤੇ ਫੂਡ ਸਟਫ ਇਹ ਲਫ਼ਜ਼ ਤੁਸੀਂ ਜ਼ਰੂਰ ਸੁਣੇ ਹੋਣਗੇ। ਤਰਕ ਦਿੱਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਫੂਡ ਗ੍ਰੇਨ ਦੇ ਉੱਤੇ ਕਾਨੂੰਨ ਨਹੀਂ ਬਣਾ ਸਕਦੀ, ਫੂਡ ਸਟਫ ਦੇ ਉੱਤੇ ਬਣਾ ਸਕਦੀ ਹੈ। ਫੂਡ ਗ੍ਰੇਨ ਮਤਲਬ ਤੁਹਾਨੂੰ ਵੀ ਸਮਝਾਵਾਂਗੇ। ਫੂਡ ਗ੍ਰੇਨ ਮਤਲਬ ਕਣਕ ਦੇ ਦਾਣੇ, ਝੋਨਾ, ਜੀਰੀ ਤੇ ਫੂਡ ਸਟਫ ਮਤਲਬ ਆਟਾ, ਚਾਵਲ। ਯਾਨੀ ਕਿਸਾਨਾਂ ਦੀ ਫਸਲ ਜਦੋਂ ਅੱਗੇ ਪ੍ਰੋਸੈਸ ਹੋ ਜਾਂਦੀ ਹੈ, ਮਤਲਬ ਤੁਸੀਂ ਕਣਕ ਵੇਚੀ, ਕਿਸਾਨ ਨੇ ਕਣਕ ਵੇਚੀ ਤੇ ਉਸ ਤੋਂ ਬਾਅਦ ਉਸ ਦਾ ਆਟਾ ਬਣਾ ਕੇ ਅੱਗੇ ਵੇਚਿਆ ਜਾ ਰਿਹਾ ਤਾਂ ਉਸ ਨੂੰ ਫੂਡ ਸਟਫ ਕਿਹਾ ਜਾਂਦਾ ਹੈ। ਤੇ ਇਹ ਤਰਕ ਦੇ ਕੇ ਮੰਗ ਕੀਤੀ ਜਾ ਰਹੀ ਹੈ ਕਿ ਕਾਨੂੰਨ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਿਕ ਨੇ। ਹੁਣ ਸਵਾਲ ਇਹ ਹੈ ਕਿ ਜੇਕਰ ਇਹ ਪੇਚ ਹੈ ਤਾਂ ਹੁਣ ਤੱਕ ਇਸ ਨੂੰ ਸੁਪਰੀਮ ਅਦਾਲਤ ਦੇ ਵਿੱਚ ਕਿਉਂ ਚੁਣੌਤੀ ਨਹੀਂ ਦਿੱਤੀ ਗਈ, ਖਾਸ ਤੌਰ ਤੇ ਬੀਜੇਪੀ ਦੀਆਂ ਵਿਰੋਧੀਆਂ ਪਾਰਟੀਆਂ ਦੇ ਵੱਲੋਂ, ਜਿਨ੍ਹਾਂ ਦੀ ਸਰਕਾਰਾਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ, ਪੰਜਾਬ ਸਰਕਾਰ ਵੀ ਉਸ ਦੇ ਵਿੱਚ ਇੱਕ ਹੈ। ਅੱਜ ਅਸੀਂ ਕੋਸ਼ਿਸ਼ ਕਰਾਂਗੇ ਸਮਝਣ ਦੀ ਕਿ ਇਸ ਤਰਕ ਦੇ ਵਿੱਚ ਕਿੰਨਾ ਦਮ ਹੈ ਤੇ ਦੂਜਾ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਗੱਲਬਾਤ ਕਿਵੇਂ ਅੱਗੇ ਵਧੇਗੀ। ਚਰਚਾ ਕਰਾਂਗੇ ਅੱਜ ਦਾ ਮੁੱਦਾ ਖੇਤੀ ਕਾਨੂੰਨ, ਸੰਵਿਧਾਨਿਕ ਮਾਨਤਾ ਅਤੇ ਮਸਲੇ ਦਾ ਹੱਲ। शुरुआत करन जा रहे हैं वड्डी खबर दे नाल, जो किसानां दे वल्लों मीटिंग की गई है ते उस मीटिंग तो बाद प्रेस कॉन्फ्रेंस की गई है, उस दे नाल जुड़ी हुई इस समय दी वड्डी खबर है। सब तो पहला उस दे उत्ते एक नजर। केंद्र दे सद्दे दे उत्ते किसानां दे वल्लों जवाब दिता गया है। केंद्र दी चिट्ठी दे विच कुछ भी नवां नहीं है। केंद्र दे प्रस्ताव दे विच स्पष्टता नहीं है। केंद्र कोई ठोस प्रस्ताव भेजे तां जो गल हो सके। बेमतलब प्रस्ताव भेजण दा कोई फायदा नहीं। ਅਸੀਂ इंतजार कर रहे हां केंद्र कदों खुले दिल दे नाल गल करन दे लई तैयार होएगा। ਵੱਡੀ ਖਬਰ ਅੱਜ ਦੇ ਦਿਨ ਦੀ। ਦਰਅਸਲ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ 4-5 ਪੇਜਾਂ ਦੀ ਚਿੱਠੀ ਲਿਖੀ ਗਈ, ਜਿਸ ਦੇ ਵਿੱਚ ਸੱਦਾ ਜਿਸ ਨੂੰ ਕਿਹਾ ਗਿਆ, ਪਰ ਉਸ ਦੇ ਵਿੱਚ ਤਾਰੀਖ ਨਹੀਂ ਸੀ, ਉਸ ਦੇ ਵਿੱਚ ਸਮਾਂ ਨਹੀਂ ਸੀ। ਤਾਂ ਉਸ ਦੇ ਉੱਤੇ ਕਿਸਾਨ ਜਥੇਬੰਦੀਆਂ ਨੇ ਖੂਬ ਮੰਥਨ ਕੀਤਾ ਤੇ ਮੰਥਨ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਅਸੀਂ ਜਵਾਬ ਦੇ ਰਹੇ ਹਾਂ। ਕੇਂਦਰ ਦੇ ਸੱਦੇ ਦੇ ਉੱਤੇ ਕਿਸਾਨਾਂ ਨੇ ਜਵਾਬ ਦਿੱਤਾ ਕਿ ਕੇਂਦਰ ਦੀ ਚਿੱਠੀ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ। ਕੇਂਦਰ ਦੇ ਪ੍ਰਸਤਾਵ ਦੇ ਵਿੱਚ ਸਪਸ਼ਟਤਾ ਨਹੀਂ ਹੈ। ਕੇਂਦਰ ਕੋਈ ਠੋਸ ਪ੍ਰਸਤਾਵ ਭੇਜੇ ਤਾਂ ਜੋ ਗੱਲ ਹੋ ਸਕੇ। ਬੇਮਤਲਬ ਪ੍ਰਸਤਾਵ ਭੇਜਣ ਦਾ ਕੋਈ ਫਾਇਦਾ ਨਹੀਂ ਹੈ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕੇਂਦਰ ਕਦੋਂ ਖੁੱਲੇ ਦਿਲ ਦੇ ਨਾਲ ਗੱਲ ਕਰੇਗਾ। ਇਹ ਬਹੁਤ ਸਪਸ਼ਟ ਹੈ ਅੱਜ ਦੀ ਇਸ ਪੂਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਕਿ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਸੱਦੇ ਦੇ ਉੱਤੇ ਤਾਂ ਗੱਲਬਾਤ ਕਰਨ ਦੇ ਲਈ ਨਹੀਂ ਜਾ ਰਹੇ। ਤਾਂ ਗੱਲਬਾਤ ਦਾ ਮੁੱਦਾ ਤਾਂ ਲਾਜ਼ਮੀ ਤੌਰ ਦੇ ਉੱਤੇ ਹੈ ਕਿ ਗੱਲਬਾਤ ਨੂੰ ਅੱਗੇ ਕਿਵੇਂ ਵਧਾਇਆ ਜਾਵੇਗਾ, ਵਧੇਗੀ ਕਿਵੇਂ। ਪਰ ਇਸ ਸਭ ਦੇ ਵਿਚਾਲੇ ਇੱਕ ਹੋਰ ਤਰਕ ਦਿੱਤਾ ਜਾ ਰਿਹਾ ਹੈ ਕਿ ਇਹ ਗੈਰ ਸੰਵਿਧਾਨਿਕ ਨੇ ਕਾਨੂੰਨ। ਇਸ ਦੇ ਉੱਤੇ ਬੀਜੇਪੀ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ। ਇਸ ਮੁੱਦੇ ਉੱਤੇ ਅਸੀਂ ਅਹਿਮ ਤੌਰ ਤੇ ਅੱਜ ਗੱਲ ਕਰਨੀ ਹੈ। ਬੀਜੇਪੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਜਾ ਰਿਹਾ ਹੈ। ਨਿਊਜ਼ 18 ਦੇ ਉੱਤੇ ਬੀਜੇਪੀ ਆਗੂ ਸੁਰਜੀਤ ਜਿਆਣੀ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਸੁਪਰੀਮ ਕੋਰਟ ਕਿਉਂ ਨਹੀਂ ਗਏ ਕੈਪਟਨ? ਜੇ ਕੇਂਦਰ ਨੇ ਸੂਬਿਆਂ ਦੇ ਹੱਕ ਖੋਏ ਤਾਂ ਫਿਰ ਕੋਰਟ ਕਿਉਂ ਨਹੀਂ ਗਏ ਕੈਪਟਨ? ਹੁਣ ਕਿਸਾਨਾਂ ਨੂੰ ਭੜਕਾ ਕੇ ਕਿਉਂ ਡਰਾਮਾ ਕੀਤਾ ਜਾ ਰਿਹਾ ਹੈ? ਜਿਆਣੀ ਕੀ ਕਹਿ ਰਹੇ ਨੇ ਉਹ ਤੁਸੀਂ ਸੁਣੋ, ਉਸ ਤੋਂ ਬਾਅਦ ਅਸੀਂ ਚਰਚਾ ਦੀ ਸ਼ੁਰੂਆਤ ਕਰਾਂਗੇ। ਵਿਧਾਨ ਸਭਾ 'ਚ ਕਾਨੂੰਨ ਜਿਹੜੇ ਬਾਰੇ ਉਹ ਜਿਹੜਾ ਪਾਸ ਕੀਤਾ ਸੀ, ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਜਿਹੜੀ ਰੱਖੀ, ਪਾਸ ਕੀਤਾ ਸੀ, ਤਾਂ ਕੈਪਟਨ ਸਾਹਿਬ ਵੀ ਸੁਪਰੀਮ ਕੋਰਟ ਜਾ ਕੇ ਵਕੀਲ ਖੜੇ ਕਰਕੇ ਤੇ ਸੰਵਿਧਾਨ ਦੀ ਰੱਖਿਆ ਤਾਂ ਸੁਪਰੀਮ ਕੋਰਟ ਕਰਦੀ ਹੈ ਤੇ ਸੁਪਰੀਮ ਕੋਰਟ ਨੇ ਸਟੇ ਦੇ ਦੇਣਾ ਸੀ। ਪਰ ਸਾਨੂੰ ਤਾਂ ਇੰਨੀ ਦਿੱਕਤ ਹੀ ਨਹੀਂ ਆਣੀ ਸੀ। ਫਿਰ ਇਹ ਲੋਕਾਂ ਨੇ ਕਿਉਂ ਨਹੀਂ ਕੀਤਾ? ਫਿਰ ਕਿਉਂ ਲੋਕਾਂ ਨੂੰ ਆਪਾਂ ਇਕੱਠੇ ਕਰਕੇ ਤੇ ਇੱਧਰ, ਜਦੋਂ ਸਾਨੂੰ ਪਤਾ ਹੈ ਕਿ ਸੈਂਟਰ ਸਰਕਾਰ ਕਾਨੂੰਨ ਬਣਾ ਨਹੀਂ ਸਕਦੀ ਔਰ ਸੰਵਿਧਾਨ ਦੇ ਵਿੱਚ ਨਹੀਂ ਹੈ, ਤਾਂ ਸੰਵਿਧਾਨ ਦੀ ਰੱਖਿਆ ਆਪਾਂ ਸਾਰੇ ਜਾਣਦੇ ਹਾਂ। ਛੋਟੇ ਤੋਂ ਛੋਟਾ ਬੱਚਾ ਵੀ ਜਾਣਦਾ ਹੈ, ਅਨਪੜ੍ਹ ਵੀ ਜਾਣਦਾ ਹੈ, ਕਿਸਾਨ ਵੀ ਜਾਣਦਾ ਹੈ। ਤੇ ਫਿਰ ਕਿਉਂ ਨਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਤੇ ਸਟੇ ਲਿੱਤਾ ਜਾਂਦਾ ਤੇ ਸੁਣਾਈ ਹੋ ਜਾਂਦੀ ਉੱਥੇ। ਤੇ ਪੂਰਾ ਮਾਮਲਾ ਕਾਨੂੰਨਾਂ ਦੇ ਉੱਤੇ, ਸੰਵਿਧਾਨਿਕ ਮਾਨਤਾ ਦੇ ਉੱਤੇ ਵੀ ਪਹੁੰਚ ਚੁੱਕਿਆ ਹੈ। ਅਸੀਂ ਉਸ ਦੇ ਉੱਤੇ ਗੱਲਬਾਤ ਕਰਾਂਗੇ, ਪਰ ਅਸੀਂ ਆਪਣੇ ਦਰਸ਼ਕਾਂ ਨੂੰ ਹਰ ਰੋਜ਼ ਦੀ ਤਰ੍ਹਾਂ ਨਾਲ ਜੋੜ ਰਹੇ ਹਾਂ। ਤੁਸੀਂ ਆਪਣਾ ਜਵਾਬ, ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਸਾਡਾ ਅੱਜ ਦਾ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਅੱਜ ਸਵਾਲ ਪੁੱਛ ਰਹੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੂੰ ਕੀ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ? क्योंकि इस समय फूड ग्रेन फूड स्टफ वाला पूरा इशू दसिया जा रहा है कि गैर संविधानिक है, इस दे विच तां गल हो नहीं सकती। ਇਹ ਕਿਸਾਨਾਂ ਦਾ ਤਰਕ ਹੈ।
ਤਾਂ ਇਸ ਦੇ ਨਾਲ ਹੀ ਜੁੜਿਆ ਹੋਇਆ ਸਾਡਾ ਅੱਜ ਦਾ ਸਵਾਲ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਜਾਂ ਨਹੀਂ। ਤੁਹਾਨੂੰ ਕੀ ਲੱਗਦਾ? ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਹੁਣ ਸਮਾਂ ਆ ਗਿਆ ਹੈ ਜਦੋਂ ਕਿਸਾਨਾਂ ਨੂੰ ਸੁਪਰੀਮ ਕੋਰਟ ਦਾ ਰੁਖ ਕਰਨਾ ਚਾਹੀਦਾ ਤਾਂ ਤੁਸੀਂ ਟਾਈਪ ਕਰੋ NewsEighteen ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਸੁਪਰੀਮ ਕੋਰਟ ਨਹੀਂ ਜਾਣਾ ਚਾਹੀਦਾ ਕਿਸਾਨਾਂ ਨੂੰ, ਜਿਹੜਾ ਸੰਘਰਸ਼ ਦਾ ਰਾਹ ਵਿੱਢਿਆ ਹੋਇਆ ਉਸ ਦੇ ਉੱਤੇ ਅੜਿੱਗ ਰਹਿਣ, ਤਾਂ ਤੁਸੀਂ ਟਾਈਪ ਕਰੋ NewsEighteen ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜ ਦਿਓ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਬਹੁਤ ਅਹਿਮ ਹੁੰਦਾ ਹੈ ਕਿ ਦਰਸ਼ਕ ਕੀ ਸੋਚ ਰਹੇ ਨੇ, ਆਮ ਲੋਕ, ਪੰਜਾਬ ਦੇ ਲੋਕ ਕੀ ਸੋਚ ਰਹੇ ਨੇ, ਉਹ ਜ਼ਰੂਰ ਆਪਣੀ ਰਾਏ ਦੇਣ ਤੇ ਅਸੀਂ ਉਹ ਪੂਰੀ ਰਾਏ ਅਸੀਂ ਤੁਹਾਡੇ ਤੱਕ ਵੀ ਪਹੁੰਚਾਈਏ। ਹਰ ਰੋਜ਼ ਅਸੀਂ ਇੱਕ ਸਵਾਲ ਪੁੱਛਦੇ ਹਾਂ। ਅੱਜ ਦਾ ਸਵਾਲ ਕਿ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ। ਤਾਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਜਿਨ੍ਹਾਂ ਦੇ ਨਾਲ ਚਰਚਾ ਕਰਾਂਗੇ, ਗੱਲਬਾਤ ਨੂੰ ਅੱਗੇ ਤੋਰਾਂਗੇ। ਸਾਡੇ ਨਾਲ ਬੀਜੇਪੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਅਨਿਲ ਸਰੀਨ ਸਾਹਿਬ ਜੁੜ ਰਹੇ ਨੇ। ਸਰੀਨ ਜੀ ਬਹੁਤ ਬਹੁਤ ਸਵਾਗਤ ਹੈ। ਕੁਲਬੀਰ ਜੀਰਾ ਜੀ ਜੁੜਨਗੇ ਕੁਝ ਹੀ ਪਲਾਂ ਦੇ ਵਿੱਚ, ਜੋ ਕਿ ਕਾਂਗਰਸ ਦੇ ਵਿਧਾਇਕ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਤੇ ਸਾਡੇ ਨਾਲ ਅਮਰਜੀਤ ਸਿੰਘ ਜੀ ਜੁੜ ਰਹੇ ਨੇ, ਕਿਸਾਨ ਆਗੂ ਨੇ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਸੰਬੰਧ ਰੱਖਦੇ ਨੇ। ਬਹੁਤ ਬਹੁਤ ਸਵਾਗਤ ਹੈ ਅਮਰਜੀਤ ਜੀ ਤੁਹਾਡਾ ਵੀ। ਜੀਰਾ ਸਾਹਿਬ ਥੋੜੀ ਦੇਰ ਦੇ ਵਿੱਚ ਸਾਡੇ ਨਾਲ ਜੁੜਨਗੇ। ਮੈਂ ਸੈਗਮੈਂਟ ਦੀ ਸ਼ੁਰੂਆਤ ਕਰਦਾ। ਸਭ ਤੋਂ ਪਹਿਲਾ ਸਵਾਲ ਅਮਰਜੀਤ ਜੀ ਤੁਹਾਨੂੰ ਹੀ, ਆਪਾਂ ਇਹ ਪੂਰਾ ਸੰਵਿਧਾਨਿਕ ਮਾਨਤਾ ਵਾਲੇ ਇਸ਼ੂ ਦੇ ਉੱਤੇ ਗੱਲਬਾਤ ਕਰੀਏ, ਪਰ ਉਸ ਤੋਂ ਪਹਿਲਾਂ ਮੀਟਿੰਗ ਦੇ ਵਿੱਚ ਜੇਕਰ ਤੁਸੀਂ ਚਾਨਣਾ ਪਾ ਸਕੋ ਕਿ ਇਹ ਸਮਝਿਆ ਜਾਵੇ ਕਿ ਕੇਂਦਰ ਦਾ ਜੋ ਸੱਦਾ ਸੀ ਬਿਨਾਂ ਤਰੀਕ ਵਾਲਾ, ਉਹ ਕਿਸਾਨਾਂ ਨੇ ਠੁਕਰਾ ਦਿੱਤਾ ਹੈ। ਗੌਰਵ ਜੀ, ਇਹ ਸੱਦਾ ਜਿਹੜਾ ਜਿਹਨੂੰ ਆਪਾਂ ਸੱਦਾ ਕਹਿ ਰਹੇ ਹਾਂ, ਸੱਦਾ ਹੈ ਹੀ ਨਹੀਂ ਸੀ। ਇਹ ਸਿਰਫ ਤੇ ਸਿਰਫ ਇੱਕ ਕਿਸਾਨਾਂ ਨੂੰ ਇੱਕ ਇਸ ਤਰ੍ਹਾਂ ਦੀ ਚਿੱਠੀ ਸੀ ਜਿਹਦੇ 'ਚ ਜਿਹੜਾ ਐਵੇਂ ਲੋਕਾਂ ਨੂੰ ਭਰਮ ਫੈਲਾਇਆ ਜਾ ਰਿਹਾ ਕਿ ਸਰਕਾਰ ਗੱਲ ਕਰਨਾ ਚਾਹੁੰਦੀ ਹੈ, ਕਿਸਾਨ ਆਪਦੀ ਅੜੀ ਤੇ ਅੜੇ ਹੋਏ ਨੇ। ਕਿਸਾਨਾਂ ਨੇ 5 ਦੌਰ ਦੀ ਮੀਟਿੰਗ ਦੇ ਵਿੱਚ ਹਰ ਉਹ ਪੱਖ ਰੱਖਿਆ, ਜਿਹੜਾ ਬੇਜਵਾਬ ਕੀਤਾ ਹੈ ਸਰਕਾਰ ਨੂੰ, ਜਿਨ੍ਹਾਂ ਨੂੰ ਉੱਤਰ ਨਹੀਂ ਆਇਆ। ਔਰ ਉਹਦੇ ਤੋਂ ਬਾਅਦ ਸਰਕਾਰ ਇਹਨੇ ਨਵੀਂ ਇੱਕ ਸਟ੍ਰੈਟਜੀ ਅਪਣਾਈ ਹੈ ਕਿਸਾਨਾਂ ਨੂੰ ਬਦਨਾਮ ਕਰਨ ਦੀ, ਕਿਸਾਨ ਅੰਦੋਲਨ ਨੂੰ ਕਿਤੇ ਨਾ ਕਿਤੇ ਨੀਵਾਂ ਦਿਖਾਉਣ ਦੀ। ਇਹਨਾਂ ਨੇ ਫਿਰ ਹੁਣ ਚਿੱਠੀ ਵਾਲਾ ਬਹਾਨਾ, ਜਿਹੜੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਨਵਾਂ ਬਹਾਨਾ ਇਹਨਾਂ ਨੇ ਜਿਹੜਾ ਆ ਉਹ ਲੱਭ ਲਿਆ। ਔਰ ਚਿੱਠੀ ਦੇ ਵਿੱਚ ਇਹ ਕਹਿ ਰਹੇ ਆ ਕਿ ਤੁਸੀਂ ਸਾਨੂੰ ਜਗ੍ਹਾ ਦਿਓ, ਤੁਸੀਂ ਸਾਨੂੰ ਥਾਂ ਦੱਸੋ, ਤੁਸੀਂ ਤਰੀਕ ਨਿਸ਼ਚਿਤ ਕਰੋ। ਅੱਜ ਤੱਕ ਇਹ ਸਰਕਾਰ ਜਿਹੜੀ ਹੈ, ਇਹ ਸੈਂਟਰ ਗਵਰਨਮੈਂਟ, ਇਹ ਪਹਿਲਾਂ ਤਾਂ ਕਿਹਾ ਨਹੀਂ ਕਿ ਤੁਸੀਂ ਜਗ੍ਹਾ ਨਿਸ਼ਚਿਤ ਕਰੋ। ਹੁਣ ਇਹਨਾਂ ਨੂੰ ਕਿਉਂ ਲੋੜ ਪੈ ਗਈ? ਇਹ ਸਿਰਫ ਤੇ ਸਿਰਫ ਇੱਕ ਬਹਾਨਾ ਹੈ, ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਹੋਰ ਲੰਮਾ ਲਿਜਾ ਕੇ ਕਿਤੇ ਮਾਨਸਿਕ ਤੌਰ ਦੇ ਉੱਤੇ ਪੀੜਾ ਪਹੁੰਚਾਉਣ ਦੀ ਗੱਲ ਹੈ। ਹੋਏ ਉਸ ਤੋਂ ਜ਼ਿਆਦਾ ਕੁਝ ਨਹੀਂ। ਕਿਤੇ ਨਾ ਕਿਤੇ ਨੀਅਤ ਜਿਹੜੀ ਹੈ ਸਰਕਾਰ ਦੀ ਹੈ, ਇਹ ਬਦਨੀਅਤ ਹੈ। ਜੀ ਜੀ ਬਿਲਕੁਲ ਬਿਲਕੁਲ। ਇਹਦੇ ਵਿੱਚ ਜੀ ਗੌਰਵ ਜੀ, ਇਹਦੇ ਵਿੱਚ ਇੱਕ ਜੀ ਬਿਲਕੁਲ ਇਹਦੇ ਵਿੱਚ ਚਰਚਾ ਦੀ ਗੱਲ ਕੀਤੀ ਗਈ ਵੀ ਚਰਚਾ ਕਰੋ। ਚਰਚਾ ਗੌਰਵ ਜੀ ਅਸੀਂ ਕਿੰਨੀ ਚਰਚਾ ਅਸੀਂ ਕੀਤੀ ਹੈ, ਹਰ ਗੱਲ ਦੇ ਉੱਤੇ ਇਹਨਾਂ ਨੂੰ ਕੋਈ ਜਵਾਬ ਨਹੀਂ। ਸਾਡੇ ਸਤਿਕਾਰਯੋਗ ਜਿਹੜੇ ਤੋਮਰ ਸਾਹਿਬ ਹੈ, ਪਿਊਸ਼ ਗੋਇਲ ਜੀ ਹੈ, ਔਰ ਪੰਜਾਬ ਤੋਂ ਜਿੰਨੇ ਵੀ ਰਿਪਰੈਜ਼ੈਂਟ ਕਰਦੇ ਆ ਬੀਜੇਪੀ ਨੂੰ, ਉਹ ਸਾਰੇ ਅਧਿਕਾਰੀ ਜਿਹੜੇ ਆ, ਜਿਹੜੇ ਜਿੰਨੇ ਵੀ ਮੰਤਰੀ, ਉਹ ਆਉਂਦੇ ਰਹੇ। ਪਰ ਉਹਨਾਂ ਨੂੰ ਜਦੋਂ ਅਸੀਂ ਲਾਜਵਾਬ ਉਹ ਹੁੰਦੇ ਆ। ਸਰੀਨ ਸਾਹਿਬ, ਮੇਰੀ ਆਵਾਜ਼ ਜੇਕਰ ਤੁਹਾਡੇ ਤੱਕ ਪਹੁੰਚ ਰਹੀ ਹੈ, ਪਹਿਲਾਂ ਇਹੀ ਪੁਆਇੰਟ, ਉਸ ਤੋਂ ਬਾਅਦ ਆਪਾਂ ਸੰਵਿਧਾਨਿਕਤਾ ਵਾਲੇ ਮੁੱਦੇ ਦੇ ਉੱਤੇ ਜਾਈਏ। ਤੁਸੀਂ ਸੱਦਾ ਨਹੀਂ ਭੇਜਿਆ ਸਰ ਚਿੱਠੀ ਦੇ ਵਿੱਚ? ਕਿਸਾਨ ਕਹਿ ਰਹੇ ਨੇ ਕਿ ਉਹੀ ਘੁੰਮ ਫਿਰ ਕੇ ਗੱਲਾਂ ਦੇ ਉੱਤੇ ਸਰਕਾਰ ਆ ਰਹੀ ਹੈ, ਖੁੱਲੇ ਦਿਲ ਦੇ ਨਾਲ ਗੱਲ ਨਹੀਂ ਕਰ ਰਹੀ। ਮਾਮਲੇ ਨੂੰ ਨਿਬੇੜਨ ਵਾਲੀ ਇਸ ਸਮੇਂ ਸਰਕਾਰ ਉਸ ਰੋਹ ਦੇ ਵਿੱਚ ਨਹੀਂ ਦਿਖ ਰਹੀ। ਸਰੀਨ ਸਾਹਿਬ। ਗੌਰਵ ਜੀ, ਪਹਿਲੀ ਗੱਲ ਤੇ ਬੜੀ ਕਲੀਅਰ ਹੈਗੀ ਹੈ ਕਿ ਸਰਕਾਰ ਜਲਦ ਤੋਂ ਜਲਦ ਇਸ ਗਤੀਰੋਧ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿ ਸਾਡੇ ਜਿਹੜੇ ਕਿਸਾਨ ਭਰਾ, ਮਾਤਾਵਾਂ, ਭੈਣਾਂ, ਬੱਚੇ ਠੰਡ ਦੇ ਵਿੱਚ ਉੱਥੇ ਬੈਠੇ ਨੇ, ਉਹ ਜਲਦ ਤੋਂ ਜਲਦ ਆਪਣੇ ਘਰ ਪਹੁੰਚ ਸਕਣ। ਔਰ ਸਾਡੀ ਪਾਰਟੀ ਦੀ ਔਰ ਸਾਡੀ ਸਰਕਾਰ ਦੀ ਟੌਪ ਪ੍ਰਾਇੋਰਟੀ ਹੈਗੀ ਹੈ। ਦੂਜੀ ਗੱਲ, ਜਿਹੜੇ ਮੇਰੇ ਵੀਰ ਜੀ ਅਮਰਜੀਤ ਜੀ ਬੈਠੇ ਨੇ, ਮੈਂ ਬੜਾ ਸਤਿਕਾਰ ਕਰਦਾ ਕਿਸਾਨ ਭਾਵਾਂ ਦਾ। ਔਰ ਜੇ ਉਹ ਜਿਹੜੀ ਚਿੱਠੀ ਆਈ ਸੀਗੀ ਇਹਨਾਂ ਦੀ ਕੇਂਦਰ ਸਰਕਾਰ ਵੱਲੋਂ, ਜਿਹਦਾ ਚਰਚਾ ਇਹਨਾਂ ਨੇ ਵੀ ਕੀਤੀ ਹੈ, ਉਹਦਾ ਜੇ ਅਖੀਰਲਾ ਪੈਰਾ ਵੀ ਆਪਾਂ ਪੜ੍ਹ ਲਈਏ ਨਾ ਜੀ, ਤੇ ਮੇਰਾ ਖਿਆਲ ਹੈ ਕਿ ਉਹਦੇ ਤੋਂ ਗੱਲ ਬੜੀ ਕਲੀਅਰ ਹੋ ਜਾਂਦੀ ਹੈ। ਉਹਨਾਂ ਜੇ ਤੁਸੀਂ 2 ਮਿੰਟ ਦਿਓ ਤਾਂ ਮੈਂ ਪੜ੍ਹ ਦਿਆਂ ਤਾਂ ਕਿ ਉਹਦੇ ਨਾਲ ਸਾਰੀ ਗੱਲ ਕਲੀਅਰ ਹੋ ਜਾਏਗੀ। ਨਹੀਂ, ਚਿੱਠੀ ਸਰ ਮੈਂ ਪੜ੍ਹੀ ਹੈ, ਸਾਰੇ ਦਰਸ਼ਕਾਂ ਨੇ ਵੀ ਉਮੀਦ ਹੈ ਪੜ੍ਹੀ ਹੋਏਗੀ। ਮੈਂ ਲਾਸਟ ਪੈਰਾ ਦੱਸ ਦੇਣਾ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ। ਲਾਸਟ ਪੈਰਾ ਦੇ ਵਿੱਚ ਇਹ ਲਿਖਿਆ ਉਹਨਾਂ ਨੇ, ਲਾਸਟ ਪੈਰਾ ਹੀ ਮੇਨ ਹੈ ਸਰ। ਉਸ ਦੇ ਵਿੱਚ ਤਾਂ ਪਹਿਲਾਂ ਪੂਰੀ ਚਿੱਠੀ ਬਕਾਇਦਾ, ਉਸ ਦੇ ਵਿੱਚ ਹਰ ਇੱਕ ਮੀਟਿੰਗ ਦਾ ਜ਼ਿਕਰ ਹੈ। ਨਹੀਂ ਸਰੀਨ ਸਾਹਿਬ, ਬਹੁਤ ਸਿੱਧਾ ਸਵਾਲ ਹੈ
ਕਿ ਇਹ ਕਿਉਂ ਕਿੰਤੂ ਪਰੰਤੂ ਕਿਸੇ ਨਾ ਕਿਸੇ ਗੇੜ ਦੇ ਵਿੱਚ ਉਹ ਜਿਵੇਂ ਹੁੰਦੀ ਹੈ ਨਾ ਕਿ ਕਾਨੂੰਨੀ ਚਾਰਾਜੋਈ ਹੋ ਜਾਂਦੀ ਹੈ ਕਿ ਇੱਕ ਪੁਆਇੰਟ ਹੈਗਾ ਜੀ, ਉਸ ਪੁਆਇੰਟ ਦੇ ਉੱਤੇ ਅਗਲਾ ਕਲੌਜ਼ ਹੈ, ਫਿਰ ਅਗਲਾ ਕਲੌਜ਼ ਹੈ। ਕਿਉਂ ਇਹਨਾਂ ਕਿਉਂ ਸਮਝਾਓ ਲੋਕਾਂ ਨੂੰ ਕਿ ਕਿਉਂ ਇਸ ਤਰੀਕੇ ਨਾਲ ਤੁਸੀਂ ਡਾਇਰੈਕਟ ਡੇਟ ਪਾ ਕੇ ਦੇ ਦਿਓ ਕਿ ਤੁਸੀਂ ਨਹੀਂ ਗੌਰਵ ਜੀ ਗੱਲ ਸੁਣੋ। ਸੀ ਉਸ ਪੈਰੇ ਨੂੰ ਇੱਕ ਮਿੰਟ ਲਈ ਇਜਾਜ਼ਤ ਦੇ ਦਿਓ, ਮੈਂ ਪੜਦਾ ਉਹਦਾ ਸਾਰੀ ਗੱਲ ਕਲੀਅਰ ਹੋ ਜਾਏਗੀ। ਕੋਈ ਦਿੱਕਤ ਨਹੀਂ, ਪੜ੍ਹ ਲਓ ਤੁਸੀਂ। ਉਹਦੇ ਵਿੱਚ ਕੀ ਲਿਖਿਆ ਹੈਗਾ, अतः विनम्रतापूर्वक अनुरोध है कि उपरोक्त बिंदुओं को पूर्व आमंत्रित आंदोलित किसान संगठनों के प्रतिनिधियों के समक्ष रखकर चर्चा उपरांत शेष आशंकाओं के संबंध में विवरण उपलब्ध कराने का कष्ट करें तथा पुनः वार्ता हेतु सुविधा अनुसार तिथि अवगत कराने का कष्ट करें। ठीक है, हुण मेरी गल समझ लो जी। ਜਿਹੜੇ ਬਿੰਦੂ ਦੇ ਉੱਤੇ ਪਹਿਲਾਂ ਮੀਟਿੰਗਾਂ ਹੋਈਆਂ, ਡਿਸਕਸ ਹੋਇਆ, ਉਹ ਆਪਣੇ ਕਿਸਾਨ ਭਰਾਵਾਂ ਨਾਲ ਤੁਸੀਂ ਡਿਸਕਸ ਕਰ ਲਓ। ਉਹਨਾਂ ਦੇ ਔਰ ਉਹਨਾਂ ਦੇ ਇਲਾਵਾ ਜਿਹੜੀਆਂ ਕੋਈ ਹੋਰ ਆਸ਼ੰਕਾਵਾਂ ਹੈਗੀਆਂ ਉਹ ਸਾਨੂੰ ਭੇਜ ਦਿਓ ਤਾਂ ਕਿ ਅਗਲੀ ਜੇ ਆਪਾਂ ਇਹਦੀ ਵਰਡਿੰਗ ਨੂੰ ਐਗਜ਼ੈਕਟਲੀ ਪੜ੍ਹ ਲਈਏ ਤੇ ਅਗਲੀ ਮੀਟਿੰਗ ਦਾ ਉਹ ਏਜੰਡਾ ਹੋਏਗਾ। ਮੇਰੇ ਖਿਆਲ ਇਸ ਗੱਲ ਨਾਲ ਤੁਸੀਂ ਸਹਿਮਤ ਹੋਵੋਗੇ। ਠੀਕ ਹੈ, ਇਹ ਸਹੀ ਸਾਹਿਬ ਮੈਂ ਉਹੀ ਕਹਿ ਰਿਹਾ ਸੀ ਕਿ ਅਸੀਂ ਬਕਾਇਦਾ ਸਭ ਨੇ ਪੜ੍ਹੀ ਹੋਈ ਹੈ ਚਿੱਠੀ, ਅਮਰਜੀਤ ਜੀ ਨੇ ਵੀ ਪੜ੍ਹੀ ਹੋਏਗੀ। ਪਰ ਮੇਰਾ ਸਵਾਲ ਇਹ ਸੀ ਕਿ ਜਦੋਂ ਪਹਿਲਾਂ ਸੱਦੇ ਭੇਜੇ ਗਏ ਨੇ ਉਹ 4-4 ਲਾਈਨਾਂ ਵਾਲੇ ਸੱਦੇ ਵੀ ਸੀ, ਇਹ 5 ਪੇਜਾਂ ਤੋਂ ਬਾਅਦ ਜਾ ਕੇ ਤੁਸੀਂ ਹਰ ਇੱਕ ਦੇ ਵਿੱਚ ਜ਼ਿਕਰ ਕਰਦੇ ਨਜ਼ਰ ਆਏ। ਐਂਡ ਦੇ ਵਿੱਚ ਜਾ ਕੇ ਤੁਸੀਂ ਲਿਖਤਾ ਕਿ ਦੱਸੋ ਕਦੋਂ ਆਣਾ ਜਾਂ ਕਦੋਂ ਤੁਸੀਂ ਆਉਂਗੇ, ਕਦੋਂ ਸਮਾਂ ਹੋਏਗਾ। ਸੁਣ ਲਓ ਨਾ ਤੁਸੀਂ ਗੌਰਵ ਜੀ, ਉਹਦੀ ਲਾਈਨਿੰਗ ਪੜੋ ਕਿ ਜਿਹੜੇ ਇਸ਼ੂਜ਼ ਆਪਾਂ ਡਿਸਕਸ ਕੀਤੇ ਸੀ ਤੁਸੀਂ ਆਪਣੇ ਕਿਸਾਨ ਭਰਾਵਾਂ ਨਾਲ ਕਰ ਲਓ ਔਰ ਉਹਦੇ ਇਲਾਵਾ ਜਿਹੜੀਆਂ ਤੁਹਾਡੀਆਂ ਆਸ਼ੰਕਾਵਾਂ ਹੈਗੀਆਂ ਔਰ ਵਿਵਰਣ ਸਾਨੂੰ ਜਿਹੜੇ ਹੈਗੇ ਨੇ ਉਹ ਉਪਲਬਧ ਕਰਾ ਦਿਓ। ਇਹ ਸ਼ਬਦ ਪੜੋ ਜਰਾ ਜੀ। नहीं ठीक है सर, मैं पढ़ी हुई है, मैं अमरजीत जी तो रिएक्शन ले ला। अमरजीत जी आवाज आ रही होगी ਤੁਹਾਨੂੰ, सरीन साहब ਦੀ ਆਵਾਜ਼ ਆ ਰਹੀ ਹੋਏਗੀ। ਸਰ ਉਹ ਕਹਿ ਰਹੇ ਨੇ ਕਿ ਲਾਸਟ ਪੈਰੇ ਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਆਓ ਸਾਰੇ ਬਿੰਦੂਆਂ ਦੇ ਉੱਤੇ ਚਰਚਾ ਕਰੀਏ ਇੱਕ ਵਾਰ ਮੁੜ ਤੋਂ, ਤੇ ਤੁਸੀਂ ਸਮਾਂ ਦੱਸੋ ਕਦੋਂ ਆ ਸਕਦੇ ਹੋ ਤੇ ਤਾਰੀਖ ਦੱਸੋ ਕਦੋਂ ਆ ਸਕਦੇ ਹੋ। ਮਤਲਬ ਸਭ ਇਨਵੀਟੇਸ਼ਨ ਤਾਂ ਸੀ ਸਰ, ਉਸ ਦੇ ਵਿੱਚ ਲਾਸਟ ਪੈਰੇ ਦੇ ਵਿੱਚ ਜਾ ਕੇ ਇਨਵੀਟੇਸ਼ਨ ਤਾਂ ਸੀ, ਤੁਸੀਂ ਪੜਿਆ ਹੋਣਾ। ਗੌਰਵ ਜੀ ਗੌਰਵ ਜੀ ਦੇਖੋ, ਇਹ ਸੱਦਾ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਤੈਅ ਕਰਨਾ ਕਿ ਅਸੀਂ ਇਹ ਮੀਟਿੰਗ ਇਸ ਤਰੀਕ ਨੂੰ ਨਿਸ਼ਚਿਤ ਕਰਦੇ ਹਾਂ, ਇਸ ਜਗ੍ਹਾ ਨੂੰ ਨਿਸ਼ਚਿਤ ਕਰਦੇ ਹਾਂ। ਇਹ ਕਿਸਾਨਾਂ ਦੇ ਕੋਲ ਜੇ ਜਗ੍ਹਾ ਇੱਕ ਸਾਡੇ ਕੋਲ, ਅਸੀਂ ਆਮ ਸੜਕਾਂ ਤੇ ਬੈਠੇ ਹਾਂ, ਅਸੀਂ ਜੇ ਸਾਡੇ ਕੋਲੋਂ ਜਗ੍ਹਾ ਪੁੱਛਣਗੇ ਤਾਂ ਸੜਕਾਂ ਇਸੇ ਸਟੇਜ ਦੇ ਉੱਤੇ ਇਸੇ ਹੀ ਧਰਨਿਆਂ ਦੇ ਉੱਤੇ ਆ ਜਾਣ ਤਾਂ ਉਹਦੇ ਤੇ ਚਰਚਾ ਕਰ ਲੈਂਦੇ ਹਾਂ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਉਹਦੇ ਉੱਤੋਂ ਜੇ ਸੱਦੇ ਦੀ ਗੱਲ ਕਰਦੇ ਆ ਕਿ ਅਸੀਂ ਇਹ ਸੱਦਾ ਨਹੀਂ ਹੈ ਜੀ। ਇਹ ਸੱਦਾ ਅੱਜ ਤੋਂ ਪਹਿਲਾਂ ਵੀ ਕਈ ਵਾਰ ਚਰਚਾ ਹੋ ਗਈ। ਜਦੋਂ ਸਾਰੀ ਚਰਚਾ ਹੋ ਗਈ, ਜਦੋਂ ਇਹ ਸਾਰੇ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਨਰਿੰਦਰ ਤੋਮਰ ਜੀ ਨੂੰ ਜਵਾਬ ਅਮਰਜੀਤ ਜੀ ਹੋਰ ਸਪਸ਼ਟ ਕਰਦੇ ਆਪਣਾ ਗੱਲ ਨੂੰ, ਆਪਾਂ ਹੋਰ ਸਪਸ਼ਟ ਕਰਦੇ। ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਚਰਚਾ ਲਿਖੀ, ਸਰਕਾਰ ਕੀ ਲਿਖਿਆ ਚਿੱਠੀ ਦੇ ਵਿੱਚ? ਜੀ ਨੇ ਅਮਰਜੀਤ ਜੀ ਹੋਰ ਆਪਾਂ ਸਪਸ਼ਟ ਕਰਦੇ ਆ। ਸਰੀਨ ਸਾਹਿਬ ਸਾਡੇ ਨਾਲ ਹੈਗੇ ਨੇ, ਆਪਾਂ ਸਵਾਲ ਦੋਵੇਂ ਧਿਰਾਂ ਨੂੰ ਕਰ ਰਹੇ ਨੇ। ਮੈਂ ਕਹਿੰਦਾ ਹੋਰ ਸਪਸ਼ਟ ਕਰੋ, ਬਿਲਕੁਲ ਵਰਡ ਦੱਸੋ ਤੁਸੀਂ ਕੀ ਲਿਖਿਆ ਹੋਣਾ ਚਾਹੀਦਾ ਚਿੱਠੀ ਦੇ ਵਿੱਚ। ਤੁਸੀਂ ਇਹ ਕਹਿ ਰਹੇ ਹੋ ਕਿ ਕਾਨੂੰਨਾਂ ਦੇ ਉੱਤੇ ਗੱਲਬਾਤ ਨਾ ਲਿਖੋ, ਚਰਚਾ ਨਾ ਲਿਖੋ, ਕੀ ਚਾਹੁੰਦੇ ਨੇ ਕਿਸਾਨ ਕੀ ਚਿੱਠੀ 'ਚ ਕੀ ਲਿਖਿਆ ਹੋਵੇ? ਦੇਖੋ ਚਰਚਾ ਦੇ ਵਿੱਚ ਅਸੀਂ ਚਰਚਾ ਬਹੁਤ ਕਰ ਲਈ ਜੀ ਗੌਰਵ ਜੀ। ਚਰਚਾ ਦੇ ਵਿੱਚ ਸਾਰੇ ਹੀ ਜਿਹੜੇ ਸਰਕਾਰ ਦੇ ਨੁਮਾਇੰਦੇ ਸਾਹਿਬਾਨ ਨੇ ਉਹਨਾਂ ਨੂੰ ਪਤਾ ਹੈ। ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਅਮਿਤ ਸ਼ਾਹ ਜੀ ਨੇ ਕਿਹਾ ਸੀ ਕਿ ਅਸੀਂ ਕੈਬਨਿਟ ਦੀ ਮੀਟਿੰਗ ਕਰਕੇ ਉਹਨਾਂ ਦੇ ਨਾਲ ਤੁਹਾਨੂੰ ਅਗਲਾ ਜਿਹੜਾ ਹੈ ਪ੍ਰੋਗਰਾਮ ਦੱਸਾਂਗੇ, ਉਹਦੀ ਮੀਟਿੰਗ ਤੈਅ ਹੋਏਗੀ। ਹੁਣ ਪ੍ਰੋਗਰਾਮ ਇਹਨਾਂ ਨੇ ਦੇਣਾ ਸੀ। ਹੁਣ ਤੱਕ ਇਹ ਸਾਰੇ ਅੰਦੋਲਨ ਨੂੰ ਜਾਂ ਇਹ ਸਾਰੇ ਮੀਟਿੰਗਾਂ ਦੇ ਦੌਰ ਨੂੰ ਇੰਨਾ ਲੰਬਾ ਲੈ ਕੇ ਜਾ ਕੇ ਹੁਣ ਫੇਰ ਦੁਬਾਰਾ ਇਹ ਕਿਤੇ ਨਾ ਕਿਤੇ ਚਿੱਠੀ ਜਿਹੜੀ ਚਿੱਠੀ ਦੇ ਚੱਕਰ ਚਲ ਜਾ ਕੇ ਹੁਣ ਅਸੀਂ ਤਾਂ ਦੱਸ ਦਿੱਤਾ ਜੀ ਕਿ ਇਹਨੂੰ ਦੱਸੋ ਜੀ ਤੁਸੀਂ ਅਪੀਲ ਕਰਦੇ ਹੋ, ਰੱਦ ਕਰਦੇ ਹੋ ਕਿ ਨਹੀਂ ਕਰਦੇ। ਹੁਣ ਚਰਚਾ ਹੋ ਗਈ। ਹੁਣ ਇੰਨੀ ਦੁਨੀਆ ਨੂੰ ਇੰਨੇ ਲੋਕ ਜਿਹੜੇ ਅੰਦੋਲਨ ਦੇ ਸੜਕਾਂ ਤੇ ਬਜ਼ੁਰਗਾਂ ਨੂੰ ਬਿਠਾ ਕੇ ਇੰਨੀ ਠੰਡ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਹੁਣ ਇਹ ਚਰਚਾ ਕਿਸ ਗੱਲ ਤੇ ਕਰਨੀ ਚਾਹੁੰਦੀ ਹੈ? ਉਹ ਚਾਹੁੰਦੇ ਆ ਅਮਰਜੀਤ ਜੀ ਤੁਹਾਡੇ ਕੋਲ ਵਾਪਸ ਆ ਰਹੇ। ਦੇਖੋ ਇਸ ਸਮੇਂ ਦੋ ਚੀਜ਼ਾਂ ਬਹੁਤ ਅਹਿਮ, ਇਸ ਸਮੇਂ ਦੋ ਚੀਜ਼ਾਂ ਬਹੁਤ ਅਹਿਮ ਹੈ। ਇੱਕ ਪਾਸੇ ਸਰਕਾਰ ਦਾ ਜ਼ਿਕਰ ਹੋ ਰਿਹਾ ਹੈ ਕਿ ਇਹ ਗੈਰ ਸੰਵਿਧਾਨਿਕ ਨੇ, ਤੁਸੀਂ ਵੀ ਕਹਿ ਰਹੇ ਹੋ, ਤੇ ਦੂਜੇ ਪਾਸੇ ਇਸ ਸਮੇਂ ਇਹ ਵੀ ਬਹੁਤ ਚਰਚਾ ਹੈ ਕਿ ਕੀ ਕਾਨੂੰਨਾਂ ਨੂੰ ਸਸਪੈਂਡ ਕਰਕੇ ਥੋੜੇ ਸਮੇਂ ਦੇ ਲਈ 6 ਮਹੀਨੇ ਸਾਲ ਦੇ ਲਈ ਸਸਪੈਂਡ ਕਰਕੇ ਇਸ ਪੂਰੇ ਮਸਲੇ ਦਾ ਹੱਲ ਕੱਢਿਆ ਜਾ ਸਕਦਾ। ਮੈਂ ਉਸ ਦੇ ਉੱਤੇ ਆਨਿਆ, ਸਰੀਨ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਇਸ ਵਿਚਾਲੇ, ਸਾਡੇ ਨਾਲ ਕੁਲਬੀਰ ਜੀਰਾ ਜੀ ਵੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਵੀ ਰੁਕ ਕਰਾਂਗਾ। ਪਰ ਇਸ ਵਿਚਾਲੇ ਜਿਹੜੀ ਚਿੱਠੀ ਹੁਣ ਕਿਸਾਨਾਂ ਦੇ ਵੱਲੋਂ ਲਿਖੀ ਗਈ ਹੈ, ਸਰਕਾਰ ਨੂੰ ਜਵਾਬ ਦਿੱਤਾ ਗਿਆ, ਬਹੁਤ ਜ਼ਰੂਰੀ ਹੋ ਗਿਆ ਹੈ ਆਪਣੇ ਦਰਸ਼ਕਾਂ ਤੱਕ ਪਹੁੰਚਾਉਣਾ। ਮੈਂ ਉਸ ਦਾ ਸਿਰਫ ਆਖਰੀ ਪੈਰਾ ਪੜਾਂਗਾ। ਸਰੀਨ ਸਾਹਿਬ ਤੁਸੀਂ ਵੀ ਜ਼ਰੂਰ ਸੁਣਨਾ, ਜੀਰਾ ਸਾਹਿਬ ਵੀ ਜੁੜ ਗਏ ਨੇ, ਜੀਰਾ ਸਾਹਿਬ ਤੁਸੀਂ ਵੀ ਜ਼ਰੂਰ ਸੁਣਨਾ। ਜੋ ਚਿੱਠੀ ਲਿਖੀ ਗਈ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੇਰੇ ਫੋਨ ਦੇ ਉੱਤੇ ਪਹੁੰਚ ਗਈ ਹੈ ਸੌਫਟ ਕਾਪੀ ਇਹ, ਤੇ ਮੈਂ ਉਹੀ ਕੋਸ਼ਿਸ਼ ਕਰ ਰਿਹਾ ਕਿ ਆਪਣੇ ਦਰਸ਼ਕਾਂ ਤੱਕ ਪਹੁੰਚਾ ਸਕਾਂ। ਮੈਂ ਸਿਰਫ ਲਾਸਟ ਪੈਰਾ ਪੜੂੰਗਾ, ਉਹ ਬਹੁਤ ਇੰਪੋਰਟੈਂਟ ਹੈ। ਜੋ ਸਰਕਾਰ ਨੇ ਲਾਸਟ ਪੈਰਾ
ਆਪਣੀ ਚਿੱਠੀ ਦੇ ਵਿੱਚ ਲਿਖਿਆ ਸੀ, ਸੁਨੀਲ ਸਾਹਿਬ ਨੇ ਉਹੀ ਪੜਿਆ। ਕਿਸਾਨਾਂ ਦੀ ਵੀ ਲਾਸਟ ਚਿੱਠੀ ਦਾ ਲਾਸਟ ਪੈਰਾ ਪੜਨਾ ਬਹੁਤ ਜ਼ਰੂਰੀ ਹੈ। ਕਿਸਾਨਾਂ ਨੇ ਹਿੰਦੀ 'ਚ चिट्ठी है, उस दे विच लिखा है, हम आपको आश्वस्त करना चाहते हैं कि प्रदर्शनकारी किसान और किसान संगठन सरकार से वार्ता के लिए तैयार हैं और इंतजार कर रहे हैं कि सरकार कब खुले मन, खुले दिमाग और साफ नीयत से इस वार्ता को आगे बढ़ाए। आपसे आग्रह है कि आप निरर्थक संशोधनों को खारिज, प्रस्तावों को दोहराने की बजाय कोई ठोस प्रस्ताव लिखित रूप में भेजें ताकि उसे एजेंडा बनाकर जल्द से जल्द वार्ता के सिलसिले को दोबारा शुरू किया जा सके। सरीन साहब, उम्मीद है आवाज मेरी तुहाडे तक पहुंची होगी। सर, किसान बहुत स्पष्ट लिख रहे हैं, बहुत स्पष्ट शब्दों ਦੇ ਵਿੱਚ ਇਹ ਚਿੱਠੀ ਦੇ ਵਿੱਚ ਜਵਾਬ ਦਿੱਤਾ ਉਹਨਾਂ ਨੇ ਸਰਕਾਰ ਨੂੰ ਕਿ ਤੁਸੀਂ ਏਜੰਡਾ ਦੱਸੋ, ਤੁਸੀਂ ਕੀ ਸੋਚ ਰਹੇ ਹੋ ਉਹ ਦੱਸੋ, ਤੁਸੀਂ ਪਹਿਲੀਆਂ ਮੀਟਿੰਗਾਂ ਦਾ ਇੰਨਾ ਜ਼ਿਆਦਾ ਵੇਰਵਾ ਸਾਨੂੰ ਨਾ ਦਿਓ, ਸਾਨੂੰ ਸਭ ਕੁਝ ਪਤਾ ਹੈ। ਸਰੀਨ ਸਾਹਿਬ, ਨਹੀਂ ਗੌਰਵ ਜੀ, ਫਿਰ ਗੱਲ ਉੱਥੇ ਆਉਂਦੀ ਹੈਗੀ ਹੈ ਕਿ ਸਰਕਾਰ ਨੇ ਵੀ ਇਹਨਾਂ ਨੂੰ ਇਹੀ ਲਿਖਿਆ, ਜਿਹੜਾ ਸਰਕਾਰ ਵੱਲੋਂ ਪੱਤਰ ਆਇਆ ਸੀਗਾ ਉਹ ਚ ਸਾਰੀਆਂ ਗੱਲਾਂ ਤੇ ਚਰਚਾ ਦੇ ਬਾਅਦ ਜਿਹੜਾ ਅੰਤਿਮ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਆਪਣੀ ਚਰਚਾ ਹੋਈ ਹੈ ਉਹ ਤੁਸੀਂ ਆਪਣੇ ਕਿਸਾਨ ਭਰਾਵਾਂ ਨਾਲ ਜਿਹੜਿਆਂ ਨਾਲ ਵੀ ਤੁਸੀਂ ਆਪਸ ਵਿੱਚ ਬੈਠ ਕੇ, ਇੱਕ ਮਿੰਟ ਮੈਨੂੰ ਦੇ ਦਿਓ, ਆਪਸ ਵਿੱਚ ਚਰਚਾ ਕਰ ਲਓ ਔਰ ਉਹਦੇ ਬਾਅਦ ਤੁਸੀਂ ਸਾਨੂੰ ਜਿਹੜੇ ਵੀ ਤੁਹਾਡੀ ਆਸ਼ੰਕਾਵਾਂ ਹੈਗੀਆਂ ਸਾਨੂੰ ਉਪਲਬਧ ਕਰਾ ਦਿਓ। ਸਰੀਨ ਸਾਹਿਬ, ਤੁਸੀਂ, ਮੈਂ ਤੁਹਾਨੂੰ ਦੁਬਾਰਾ, ਮੈਂ ਇੱਕੋ ਲਾਈਨ ਪੜੂੰਗਾ, ਦੁਬਾਰਾ ਮੈਂ ਇੱਕੋ ਲਾਈਨ ਪੜੂੰਗਾ, ਤੁਸੀਂ ਉਸ ਨੂੰ ਸੁਣਿਓ। ਇੱਕੋ ਲਾਈਨ ਪੜ ਰਹੇ ਹਾਂ ਮੈਂ। ਉਹ ਕਹਿ ਰਹੇ ਨੇ ਕਿ ਤੁਹਾਨੂੰ ਬੇਨਤੀ ਹੈ, ਮੈਂ ਪੰਜਾਬੀ ਬੋਲਦਾ ਹੁਣ, ਕਿ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਬੇਮਤਲਬ ਸੌਦਾ ਦੇ ਖਾਰਜ ਪ੍ਰਸਤਾਵਾਂ ਨੂੰ ਦੁਹਰਾਉਣ ਦੀ ਬਜਾਏ ਕੋਈ ਠੋਸ ਪ੍ਰਸਤਾਵ ਲਿਖਿਤ ਰੂਪ ਦੇ ਵਿੱਚ ਭੇਜੋ ਤਾਂ ਕਿ ਉਸ ਨੂੰ ਏਜੰਡਾ ਬਣਾ ਕੇ ਜਲਦ ਤੋਂ ਜਲਦ ਗੱਲਬਾਤ ਦੇ ਸਿਲਸਿਲੇ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ। ਮਤਲਬ ਕਿ ਬਹੁਤ ਸਪਸ਼ਟ ਹੈ, ਬਹੁਤ ਸੌਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਲਿਖਿਆ। ਉਹ ਕਹਿ ਰਹੇ ਨੇ ਕਿ ਜੋ ਹੁਣ ਤੱਕ ਹੋ ਚੁੱਕਿਆ ਤੁਸੀਂ ਉਹਨੂੰ ਸਾਈਡ ਰੱਖ ਦਿਓ, ਉਹ ਸਾਨੂੰ ਆਲਰੇਡੀ ਪਤਾ ਹੈ, ਨਵਾਂ ਦੱਸੋ ਤੁਸੀਂ ਕੀ ਹੈ। ਮਤਲਬ ਇਹ ਵੀ ਹੈ ਕਿ ਹੁਣ ਤੁਸੀਂ ਠੋਸ ਪ੍ਰਸਤਾਵ ਭੇਜੋ, ਤੁਸੀਂ ਜਿਹੜਾ ਪਹਿਲਾਂ ਮਤਾ ਭੇਜਿਆ ਸੀ, ਪ੍ਰਸਤਾਵ ਭੇਜਿਆ ਸੀ, ਅਸੀਂ ਉਹ ਖਾਰਜ ਕਰ ਦਿੱਤਾ, ਉਸ ਨੂੰ ਦੁਹਰਾਓ ਨਾ। ਉਹ ਕਹਿ ਰਹੇ ਨੇ ਕਿ ਠੋਸ ਏਜੰਡਾ ਪ੍ਰਸਤਾਵ ਭੇਜੋ ਸਾਨੂੰ। ਗੌਰਵ ਜੀ, ਸਰਕਾਰ ਨੇ ਤੇ ਕਾਨੂੰਨ ਬਣਾਇਆ ਹੋਇਆ ਹੈ, ਠੀਕ ਹੈ ਨਾ, ਉਹਦੇ ਉੱਤੇ ਆਪੱਤੀਆਂ ਤੇ ਸਾਡੇ ਕਿਸਾਨ ਵੀਰਾਂ ਨੂੰ ਹੈ ਨਾ, ਤੇ ਕਿਸਾਨ ਵੀਰ ਹੀ ਦੱਸਣਗੇ ਨਾ ਕਿ ਆਹ ਚੀਜ਼ਾਂ ਦੀ ਸਾਡੀ ਆਪੱਤੀ ਹੈਗੀ ਹੈ ਤੇ ਉਹੀ ਏਜੰਡਾ ਹੋਏਗਾ। ਮੇਰੀ ਗੱਲ ਦੇਖੋ, ਨਹੀਂ ਠੀਕ ਹੈ ਸਰ, ਤੁਹਾਡਾ ਵੈਲਿਡ ਪੁਆਇੰਟ ਹੈ। ਮੈਂ ਅਮਰਜੀਤ ਜੀ ਤੋਂ ਰਿਐਕਸ਼ਨ ਲੈਣਾ ਇਸ ਤੇ, ਮੈਂ ਸਿੰਘ ਸਾਹਿਬ ਤੁਹਾਡੇ ਕੋਲ ਆਣਾ। ਅਮਰਜੀਤ ਜੀ, ਉਹ ਤੁਸੀਂ ਜਿਹੜਾ ਕਹਿ ਰਹੇ ਹੋ ਨਾ ਠੋਸ ਪ੍ਰਸਤਾਵ, ਉਹ ਕਹਿ ਰਹੇ ਨੇ ਕਿ ਕਿਸਾਨ ਹੀ ਦੱਸਣਗੇ ਨਾ ਸਾਨੂੰ, ਕਿ ਕਿਸਾਨ ਦੱਸਣਗੇ, ਅਸੀਂ ਤਾਂ ਹੀ ਠੋਸ ਪ੍ਰਸਤਾਵ ਬਣਾ ਕੇ ਭੇਜਾਂਗੇ, ਉਹ ਗੱਲਬਾਤ ਦੇ ਜ਼ਰੀਏ ਹੀ ਹੋਏਗਾ। ਅਮਰਜੀਤ ਜੀ, ਇਹ ਬੜੇ ਸਪਸ਼ਟ ਲਿਖਿਆ ਕਿ ਸਾਨੂੰ ਉਪਲਬਧ ਕਰਾਓ, ਜਿਹੜਾ ਉਪਲਬਧ ਕਰਾਓ ਜੀ, ਤਾਂ ਕਿ ਉਹ ਇੱਕ ਏਜੰਡਾ ਬਣ ਸਕੇ ਅਗਲੀ ਮੀਟਿੰਗ ਦਾ। ਗੌਰਵ ਜੀ, ਸਰਕਾਰ ਬੜੇ ਸਾਫ਼ ਤਰੀਕੇ ਨਾਲ ਗੱਲ ਕਰ ਰਹੀ ਹੈ। ਅਸੀਂ ਇਹ ਸਾਫ਼ ਕਹਿ ਰਹੇ ਹਾਂ ਕਿ ਇਹ ਜਿਹੜੇ ਕਾਨੂੰਨ ਹੈ ਸਰਕਾਰ ਨੇ ਕਿਸਾਨਾਂ ਦੇ ਮੌਤ ਦੇ ਵਾਰੰਟ ਜਾਰੀ ਕੀਤੇ ਹੈ ਔਰ ਉਹਦੇ ਵਿੱਚ ਕੱਲੀ ਜਿਹੜੀ ਗੱਲ ਹੈ ਕਲੌਜ਼ ਬਾਈ ਕਲੌਜ਼ ਚਰਚਾ ਕਰਕੇ ਪਹਿਲਾਂ ਇਹੀ ਸਰਕਾਰ, ਇਹੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ, ਪਿਊਸ਼ ਗੋਇਲ ਜੀ, ਜਾਂ ਸਾਡੇ ਹੋਮ ਮਿਨਿਸਟਰ ਸਾਹਿਬ ਅਮਿਤ ਸ਼ਾਹ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਇਹ ਸਾਰੇ ਸਾਡੀ ਗਵਰਨਮੈਂਟ ਜਿਹੜੀ ਹੈ, ਸੈਂਟਰਲ ਗਵਰਨਮੈਂਟ ਹੈ, ਇਹ ਸਾਰੀ ਗੱਲ ਪ੍ਰਚਾਰ ਦੀ ਸੀ ਕਿ ਇਹ ਲੋਕਾਂ ਦੇ ਹੱਕ ਦੇ ਆ, ਲੋਕਾਂ ਦੇ ਹੱਕ ਦੇ ਆ। ਪਰ ਜਦੋਂ ਇਹ ਚਰਚਾ ਹੁੰਦੀ ਹੈ, ਚਰਚਾ ਵਿੱਚ ਸਾਫ਼ ਤੈਅ ਹੈ ਕਿ ਇਹਨਾਂ ਦੇ ਵਿੱਚ ਸਾਰੀ ਗੱਲ ਜਦੋਂ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਮੰਨਦੇ ਹੈ ਕਿ ਇਹਨਾਂ ਦੇ ਵਿੱਚ ਖਾਮੀਆਂ ਹੈ। ਜਦੋਂ ਇਹ ਮੰਨਦੇ ਆ ਖਾਮੀਆਂ, ਜਦੋਂ ਇਹ ਮੰਨਦੇ ਆ ਕਿ ਇਹ ਸਟੇਟ ਸਬਜੈਕਟ ਹੈ, ਇਹਦੇ ਤੇ ਗਵਰਨਮੈਂਟ ਜਿਹੜੀ ਕਾਨੂੰਨ ਬਣਾਉਣਾ ਜਾਂ ਸੰਵਿਧਾਨਿਕ ਹੱਕ ਹੀ ਨਹੀਂ, ਤੇ ਫਿਰ ਕਿਸ ਗੱਲ ਤੇ ਚਰਚਾ ਕੀਤੀ ਜਾਵੇ। ਜਦੋਂ ਤੁਸੀਂ ਕਿਸੇ ਵੀ ਤਰ੍ਹਾਂ, ਜਦੋਂ ਅਸੀਂ ਇਹ ਲੱਗਦਾ ਹੈ ਕਿ ਕਿਸਾਨ ਨੂੰ ਇਸ ਦੇਸ਼ ਦਾ ਜਿਹੜਾ ਅੰਨਦਾਤਾ ਹੈ, ਨਹੀਂ ਅਮਰਜੀਤ ਜੀ, ਠੋਸ ਪ੍ਰਸਤਾਵ ਦਾ ਮਤਲਬ ਕੀ ਹੈ ਉਹ ਵੀ ਦੱਸੋ। ਜ਼ਮੀਨ ਵਾਸਤੇ ਠੋਸ ਪ੍ਰਸਤਾਵ ਦਾ ਮਤਲਬ ਕੀ ਹੈ ਉਹ ਵੀ ਦੱਸੋ। ਮੈਂ ਬ੍ਰੇਕ ਲੈਣਾ ਇੱਥੇ, ਮੈਂ ਜੀਰਾ ਸਾਹਿਬ ਤੋਂ ਵੀ ਰਿਐਕਸ਼ਨ ਲੈਣਾ ਉਸ ਤੋਂ ਪਹਿਲਾਂ। ਦੇਖੋ, ਠੋਸ ਪ੍ਰਸਤਾਵ ਦਾ ਮਤਲਬ ਜਾਂ ਤਾਂ ਤੁਸੀਂ ਕਹਿ ਰਹੇ ਹੋ ਕਿ ਲਿਖ ਕੇ ਭੇਜ ਦਿਓ ਕਿ ਅਸੀਂ ਕਾਨੂੰਨ ਰੱਦ ਕਰਨ ਦੇ ਲਈ ਤਿਆਰ ਹਾਂ, ਉਹ ਗੱਲਬਾਤ ਕਰੀਏ। ਕਰਦੇ ਹਾਂ, ਬਿਲਕੁਲ ਜੀ, ਵੀ ਅਸੀਂ ਕਾਨੂੰਨ ਰੱਦ ਕਰਨ ਜਾ ਰਹੇ ਹਾਂ ਜਾਂ ਨਹੀਂ। ਇਹ ਠੋਸ ਪ੍ਰਸਤਾਵ ਜੀ, ਇਹਦੇ ਤੇ ਚਰਚਾ ਹੋ ਸਕਦੀ ਹੈ, ਇਹਦੇ ਤੇ ਗੱਲ ਹੋ ਸਕਦੀ ਹੈ। ਅਮਿਤ ਸ਼ਾਹ ਜੀ, ਫਿਰ ਤਾਂ ਗੱਲ ਹੀ ਖਤਮ ਹੋ ਗਈ ਸਰ। ਨਹੀਂ ਅਮਰਜੀਤ ਜੀ, ਫਿਰ ਤਾਂ ਗੱਲ ਹੀ ਖਤਮ ਹੋ ਗਈ। ਜੇ ਸਰਕਾਰ ਨੇ ਤੁਹਾਨੂੰ ਠੋਸ ਪ੍ਰਸਤਾਵ ਦੇ ਰੂਪ ਦੇ ਵਿੱਚ ਲਿਖ ਕੇ ਭੇਜ ਦਿੱਤਾ ਕਿ ਅਸੀਂ ਕਾਨੂੰਨ ਰੱਦ ਕਰਨ ਦੇ ਲਈ ਤਿਆਰ ਹਾਂ, ਫਿਰ ਤਾਂ ਗੱਲ ਹੀ ਖਤਮ ਹੋ ਗਈ। ਫਿਰ ਤਾਂ ਤੁਹਾਡੀਆਂ ਮੰਗਾਂ ਬੰਦ ਲੀਆਂ ਗਈਆਂ, ਫਿਰ ਤਾਂ ਗੱਲਬਾਤ ਦੀ ਕੋਈ ਜ਼ਰੂਰਤ ਨਹੀਂ। ਨਹੀਂ ਤਾਂ ਫਿਰ ਉਹਦੇ ਤੋਂ ਬਾਅਦ ਅਸੀਂ ਵੀ ਇਹੀ ਚਾਹ ਰਹੇ ਹਾਂ, ਸੜਕਾਂ ਤੇ ਬੈਠੇ ਹੋਏ ਆ ਦਿਨ ਰਾਤ, ਬਿਲਕੁਲ ਸਾਫ਼ ਚਰਚਾ ਦੇ ਵਿੱਚ ਲਿਖਿਆ ਹੋਇਆ ਵੀ ਇਹ ਕਾਨੂੰਨ ਇਸ ਦੇਸ਼ ਦੇ ਅੰਨਦਾਤੇ ਲਈ, ਮਜ਼ਦੂਰ ਲਈ, ਕਿਸਾਨਾਂ ਲਈ ਮੌਤ ਦਾ ਵਾਰੰਟ ਹੈ। ਇਹ ਕਿਸਾਨਾਂ ਲਈ ਜ਼ਮੀਨ ਖੋਣ ਵਾਲਾ ਕਾਨੂੰਨ ਹੈ। ਇਹ ਜਿਹੜੇ ਲੋਕਾਂ ਵਾਸਤੇ ਐਸੈਂਸ਼ੀਅਲ ਕਮੋਡਿਟੀ, ਆਮ ਮਜ਼ਦੂਰਾਂ ਵਾਸਤੇ, ਮੁਲਾਜ਼ਮ ਵਾਸਤੇ, ਸ਼ਹਿਰੀ ਤਬਕੇ ਵਾਸਤੇ। ਮੈਂ ਵਾਪਸ ਆਉਣਾ, ਮੈਨੂੰ ਇੱਥੇ ਛੋਟਾ ਜਿਹਾ ਬ੍ਰੇਕ ਲੈਣਾ ਪੈ ਰਿਹਾ। ਮੈਂ ਅਮਰਜੀਤ ਜੀ ਤੁਹਾਡੇ ਕੋਲ ਵਾਪਸ ਆਉਂਗਾ, ਮੈਂ ਛੋਟਾ ਜਿਹਾ ਬ੍ਰੇਕ ਲੈ ਰਿਹਾ, ਮੈਂ ਉਸ ਤੋਂ ਬਾਅਦ ਵਾਪਸ ਆਉਂਗਾ। ਮੈਂ ਇਸ ਪੁਆਇੰਟ ਤੋਂ ਹੀ ਚਰਚਾ ਨੂੰ ਅੱਗੇ ਵਧਾਵਾਂਗਾ। ਜੀਰਾ ਸਾਹਿਬ, ਮੈਂ ਤੁਹਾਡੇ ਤੋਂ ਬ੍ਰੇਕ ਤੋਂ ਬਾਅਦ ਤੁਹਾਡੇ ਕੋਲ ਪਹੁੰਚੂਗਾ, ਫਸਟ ਕਮੈਂਟ ਬ੍ਰੇਕ ਤੋਂ ਬਾਅਦ ਤੁਹਾਡੇ ਤੋਂ ਹੀ ਲਵਾਂਗੇ।
ਦੋ ਚੀਜ਼ਾਂ ਬਹੁਤ ਅਹਿਮ ਹੈ, ਸੰਵਿਧਾਨਿਕਤਾ ਵਾਲੀ ਤੇ ਦੂਜੇ ਪਾਸੇ ਹੁਣ ਚਿੱਠੀ ਦੇ ਵਿੱਚ ਲਿਖਿਆ ਕੀ ਜਾਵੇ, ਠੋਸ ਪ੍ਰਸਤਾਵ ਦਾ ਕੀ ਮਤਲਬ ਹੈ, ਗੱਲਬਾਤ ਅੱਗੇ ਤੁਰੇ ਕਿਵੇਂ। ਬ੍ਰੇਕ ਤੋਂ ਬਾਅਦ ਇਸ ਦੋਵੇਂ ਪੁਆਇੰਟਸ ਦੇ ਉੱਤੇ ਗੱਲਬਾਤ ਹੋਏਗੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਵਾਰੀ ਸਾਡੇ ਅੱਜ ਦੇ ਸਵਾਲ ਦੀ ਹੈ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਕਿਸਾਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਸੁਪਰੀਮ ਕੋਰਟ ਦਾ ਰੁਖ ਕਰਨਾ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਖਿਲਾਫ, ਤਾਂ ਫਿਰ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਸੁਪਰੀਮ ਕੋਰਟ ਜਾਣਾ ਚਾਹੀਦਾ, ਤਾਂ ਤੁਸੀਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜਣਾ ਹੈ ਹਰ ਰੋਜ਼ ਦੀ ਤਰ੍ਹਾਂ 566777 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਛੋਟੇ ਜਿਹੇ ਬ੍ਰੇਕ ਲਈ ਰੁਕਨੇ ਆ, ਫੌਰਨ ਵਾਪਸ ਆਵਾਂਗੇ, ਚਰਚਾ ਨੂੰ ਅੱਗੇ ਵਧਾਵਾਂਗੇ। ਦੇ ਵਿੱਚ ਅੱਜ ਅਸੀਂ ਚਰਚਾ ਕਰ ਰਹੇ ਹਾਂ ਸੰਵਿਧਾਨਿਕ ਮਾਨਤਾ ਦੀ, ਖੇਤੀ ਕਾਨੂੰਨਾਂ ਦੀ ਤੇ ਨਾਲ-ਨਾਲ ਉਸ ਚਿੱਠੀ ਦੀ ਜੋ ਕੇਂਦਰ ਦੀ ਸਰਕਾਰ ਦੇ ਵੱਲੋਂ ਭੇਜੀ ਗਈ, ਤੇ ਉਸ ਚਿੱਠੀ ਦੇ ਜਵਾਬ ਦੇ ਵਿੱਚ ਇੱਕ ਚਿੱਠੀ ਹੁਣ ਕਿਸਾਨਾਂ ਨੇ ਕੇਂਦਰ ਨੂੰ ਲਿਖ ਕੇ ਭੇਜ ਦਿੱਤੀ ਹੈ। ਯਾਨੀ ਕਿ ਫਿਲਹਾਲ ਗੱਲਬਾਤ ਹੁੰਦੀ ਹੋਈ ਦੋਵੇਂ ਤਰ੍ਹਾਂ ਦੇ ਵਿੱਚ ਗੋਲ ਟੇਬਲ ਦੇ ਉੱਤੇ ਨਜ਼ਰ ਨਹੀਂ ਆ ਰਹੀ। ਸ਼ੁਰੂਆਤ ਕਰਦੇ ਹਾਂ ਇਸ ਸੈਗਮੈਂਟ ਦੀ। ਕੁਲਬੀਰ ਜੀਰਾ ਜੀ ਸਾਡੇ ਨਾਲ ਨੇ, ਕਾਂਗਰਸ ਦੇ ਵਿਧਾਇਕ ਨੇ। ਜੀਰਾ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ। ਮੇਰਾ ਸਵਾਲ ਸਿੱਧਾ ਤੇ ਪਹਿਲਾ ਇਹੀ ਕਿ ਸੰਵਿਧਾਨਿਕ ਮਾਨਤਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣੀ ਲੀਗਲ ਟੀਮ ਤੋਂ ਇਸ ਬਾਰੇ ਗੱਲ ਕੀਤੀ ਹੈ। ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕਿ ਜਿਵੇਂ ਕਿਸਾਨ ਇਸ ਸਮੇਂ ਕਹਿ ਰਹੇ ਨੇ ਕਿ ਫੂਡ ਗ੍ਰੇਨ ਤੇ ਫੂਡ ਸਟਫ ਦੋਵੇਂ ਅਲੱਗ ਚੀਜ਼ਾਂ ਨੇ, ਇਸ ਕਰਕੇ ਇਹ ਗੈਰ ਸੰਵਿਧਾਨਿਕ ਹੈ ਕਾਨੂੰਨ, ਕਿ ਪੰਜਾਬ ਸਰਕਾਰ ਇਸ ਲਾਈਨ ਦੇ ਉੱਤੇ ਸਹਿਮਤ ਹੈ? ਗੱਲ ਇਹ ਆ ਕਿ ਜੇ ਪੰਜਾਬ ਸਰਕਾਰ ਸਹਿਮਤ ਸੀ ਤਾਂ ਹੀ ਅਸੀਂ ਇਹ ਸੰਘਰਸ਼ ਜਿਹੜਾ ਇੱਥੋਂ ਤੱਕ ਪਹੁੰਚਿਆ, ਕਿਉਂਕਿ ਕਿਸਾਨਾਂ ਨੂੰ ਜਿਵੇਂ ਕਿ ਸਰਦਾਰ ਅਮਰਜੀਤ ਸਿੰਘ ਜੀ ਨੇ ਦੱਸਿਆ ਕਿ ਇੱਕ ਮੌਤ ਦੇ ਵਾਰੰਟ ਜਿਹੜੇ ਸਾਡੇ ਲਈ ਆ, ਔਰ ਕੀ ਜ਼ਰੂਰਤ ਪਈ ਹੈ ਸਾਨੂੰ ਅੱਜ ਇਹਨਾਂ ਸੜਕਾਂ ਤੇ ਆਣ ਕੇ, ਇਹਨਾਂ ਦਿੱਲੀ ਦੀਆਂ ਹੱਦਾਂ ਤੇ ਆਣ ਕੇ ਬੈਠਣ ਦੀ, ਕਿ ਅਸੀਂ ਆਪਦੇ ਖੇਤ ਛੱਡ ਕੇ, ਇੱਕ ਖੇਤਾਂ ਦਾ ਰਾਜਾ ਅੱਜ ਜਿਹੜਾ ਜਿੰਦੀ ਕਿਤੇ ਨੋਟਾਂ ਦੇ ਫੋਟੋ ਛਪਦੀ ਹੁੰਦੀ ਸੀ, ਅੱਜ ਅਸੀਂ ਆਪਦੀਆਂ ਮੰਗਾਂ ਲਈ, ਅੱਜ ਕਿਸਾਨ ਦਿਵਸ ਦੇ ਉੱਪਰ ਅਸੀਂ ਆਪਦੀਆਂ ਮੰਗਾਂ ਲਈ ਅਸੀਂ ਝੋਲੀ ਅੱਡ ਕੇ ਅਸੀਂ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਇਹ ਜਿਹੜੇ ਬਿੱਲ ਨੇ ਰੱਦ ਕਰੋ। ਔਰ ਜਿਹੜੀ ਚਿੱਠੀ ਆ ਸਰੀਨ ਸਾਹਿਬ ਨੇ ਕਹਿ ਦਿੱਤਾ, ਸਰੀਨ ਸਾਹਿਬ ਜਿਹੜੀ ਚਿੱਠੀ ਆ, ਜਦੋਂ ਇਸ ਤੋਂ ਪਹਿਲਾਂ 5 ਮੀਟਿੰਗਾਂ ਜਿਹੜੀਆਂ ਨੇ ਕਿ ਕਿਸਾਨ ਜਥੇਬੰਦੀਆਂ ਨਾਲ ਹੋ ਚੁੱਕੀਆਂ, ਕੱਲੇ ਪੁਆਇੰਟ ਦੇ ਉੱਤੇ ਤੁਹਾਡੇ ਮੰਤਰੀ ਵੀ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਠੀਕ ਆ ਕਿ ਇਹਦੇ ਵਿੱਚ ਅਸੀਂ ਗਲਤ ਕਾਨੂੰਨ ਬਣਾਇਆ, ਇਹਦੀ ਸੋਧ ਹੋਣੀ ਚਾਹੀਦੀ। ਜੇ ਕਿਸਾਨ ਜਥੇਬੰਦੀਆਂ ਨੇ ਔਰ ਸਾਰੇ ਦੇਸ਼ ਦੇ ਕਿਸਾਨਾਂ ਦੀ ਇੱਕੋ ਮੰਗ ਆ, ਇੱਕ ਤੁਹਾਨੂੰ ਜਿੱਦ ਛੱਡਣੀ ਪਊਗੀ ਨਰਿੰਦਰ ਮੋਦੀ ਜੀ ਨੂੰ, ਇੱਕ ਜਿੱਦ ਛੱਡਣੀ ਪਊਗੀ, ਇਹ ਬਿੱਲ ਰੱਦ ਕਰ ਦਿਓ। 1 ਮਿੰਟ ਦਾ ਕੰਮ ਆ। ਔਰ ਉਦੋਂ ਬਾਅਦ ਦੇ ਵਿੱਚ ਅਸੀਂ ਇਹ ਕਹਿੰਦੇ ਕਿ ਚਾਹੇ ਸਰਕਾਰ ਨੂੰ, ਚਾਹੇ ਤੁਸੀਂ ਪੰਜਾਬ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ, ਕਿਸੇ ਨੂੰ ਨਾ ਲਓ, ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਲਓ, ਇਹਨਾਂ ਦੀ ਕਮੇਟੀ ਬਣਾਓ, ਔਰ ਜਿਹੜੀ ਗੱਲ ਆ ਜਿਹੜੀ ਬੈਠ ਕੇ ਜਿਹੜਾ ਜੇ ਕੋਈ ਨਵਾਂ ਕਾਨੂੰਨ ਬਣਾਉਣਾ ਤੇ ਬਣਾ ਲਓ, ਪਰ ਇੱਕ ਇਹ ਕਾਨੂੰਨ ਤਾਂ ਰੱਦ ਕਰੋ ਜਿਹੜੇ ਸਾਡੇ ਮੌਤ ਦੇ ਵਾਰੰਟ ਨੇ। ਚਲੋ ਜੀਰਾ ਜੀ ਸਾਡੇ ਨਾਲ ਨੇ। ਇਹ ਵੀ ਮੈਂ ਦੱਸ ਦਵਾਂ ਕਿ ਸਾਡੇ ਨਾਲ ਕੁਲਬੀਰ ਜੀਰਾ ਜੀ ਜੰਤਰ ਮੰਤਰ ਦਿੱਲੀ ਤੋਂ ਜੁੜੇ ਹੋਏ ਨੇ। ਧਰਨਾ ਪ੍ਰਦਰਸ਼ਨ ਕਾਂਗਰਸ ਦੇ ਵਿਧਾਇਕਾਂ ਤੇ ਸਾਂਸਦਾਂ ਦਾ ਜਾਰੀ ਹੈ, ਇਸ ਕਰਕੇ ਸੜਕ ਵੀ ਤੁਸੀਂ ਉਹਨਾਂ ਦੇ ਵਿਚਾਲੇ ਦੇਖ ਰਹੇ ਹੋਵੋਗੇ, ਉਹ ਉੱਥੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ। ਸਰੀਨ ਸਾਹਿਬ ਇੱਕ ਮਿੰਟ ਤੁਸੀਂ ਦੇ ਦਿਓ। ਜੋ ਜੀਰਾ ਜੀ ਕਹਿ ਰਹੇ ਨੇ ਕਿ ਤੁਹਾਡੇ ਧਰਮ ਮੰਤਰੀ ਖੁਦ ਇਸ ਗੱਲ ਨੂੰ ਮੰਨ ਗਏ ਕਿ ਠੀਕ ਹੈ ਜੀ ਦਿੱਕਤ ਹੈ, ਫਿਰ ਤੁਸੀਂ ਕਿਉਂ ਕਾਨੂੰਨਾਂ ਦੇ ਉੱਤੇ ਅੜੇ ਹੋਏ ਹੋ? ਗੌਰਵਜੀਤ ਮੈਨੂੰ ਥੋੜਾ ਜਿਹਾ ਬਰੀਫ ਕਰ ਦਿਓ, ਜੀਰਾ ਜੀ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਤੁਸੀਂ ਥੋੜਾ ਜਿਹਾ ਮੈਨੂੰ ਦੱਸ ਦਿਓ ਕਿ ਕੀ ਬੋਲੇ ਹੋ ਤੇ ਮੈਂ ਉਸ ਦੇ ਹਿਸਾਬ ਨਾਲ ਆਪਣੀ ਟਿੱਪਣੀ। ਜੀਰਾ ਜੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਇਸ ਚੀਜ਼ ਨੂੰ ਸਮਝੇ, ਕਿਉਂਕਿ ਆਲਰੇਡੀ ਮੀਟਿੰਗਾਂ ਦੇ ਵਿੱਚ ਜਿਹੜੇ ਪੁਆਇੰਟਸ ਦਾ ਜ਼ਿਕਰ ਹੋਇਆ ਉਸ ਦੇ ਉੱਤੇ ਕੇਂਦਰ ਦੇ ਮੰਤਰੀ ਜਿਹੜੇ ਉੱਥੇ ਮੀਟਿੰਗ 'ਚ ਬੈਠਦੇ ਨੇ ਉਹ ਵੀ ਇਸ ਤੇ ਸਹਿਮਤ ਹੋ ਚੁੱਕੇ ਨੇ। ਕਿਸਾਨ ਆਗੂ ਆ ਕੇ ਬਾਹਰ ਦੱਸਦੇ ਕਿ ਇਹ ਕਾਨੂੰਨਾਂ ਦੇ ਵਿੱਚ ਕੋਈ ਗਲਤੀ ਹੋਈ ਹੈ ਜਾਂ ਕੋਈ ਦਿੱਕਤ ਹੈ ਤਾਂ ਫਿਰ ਇਸ ਨੂੰ ਰੱਦ ਕਿਉਂ ਨਹੀਂ ਕਰ ਰਹੇ, ਕਿਉਂ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਬੈਠਣ ਨੂੰ ਮਜਬੂਰ ਕੀਤਾ ਜਾ ਰਿਹਾ? ਗੌਰਵ ਜੀ ਆਪਾਂ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਹੈ ਕਿ ਸਰਕਾਰ ਨੇ ਜੇ ਕੋਈ ਕਾਨੂੰਨ ਬਣਾਇਆ ਉਹਦੇ 'ਚ ਜੇ ਸਾਡੇ ਕਿਸੇ ਵੀ ਪਕਸ਼ ਨੂੰ ਕੋਈ ਇਤਰਾਜ਼ ਹੁੰਦਾ ਹੈ ਤੇ ਸਰਕਾਰ ਉਹਨਾਂ ਕਾਨੂੰਨਾਂ 'ਚ ਸੋਧ ਕਰ ਦਿੰਦੀ ਹੈ। ਇਹ ਅੱਜ ਨਹੀਂ ਹੁੰਦਾ, ਹਮੇਸ਼ਾ ਕਿ ਵੀ ਪਹਿਲਾਂ ਆਉਂਦਾ ਰਿਹਾ ਕਿ ਕੋਈ ਵੀ ਕਾਨੂੰਨ ਬਣਦਾ ਹੈ ਜੇ ਉਹਦੇ 'ਚ ਕੋਈ ਕਮੀ ਪੇਸ਼ੀ ਧਿਆਨ 'ਚ ਲਿਆਈ ਜਾਂਦੀ ਹੈ ਤੇ ਉਸ ਨੂੰ ਦੂਰ ਕੀਤਾ ਜਾਂਦਾ ਹੈ, ਔਰ ਉਹਦੇ ਵਾਸਤੇ ਕੇਂਦਰ ਸਰਕਾਰ ਤਿਆਰ ਹੈ। ਇਸ਼ੂ ਦੇਖੋ, ਆਪਾਂ ਇਹ ਕਹਿ ਦਈਏ ਕਿ ਜੇ ਉਹ ਕੇਂਦਰ ਸਰਕਾਰ ਸੋਧ ਕਰਨ ਨੂੰ ਤਿਆਰ ਹੋਈ ਤਾਂ ਮਤਲਬ ਕਾਨੂੰਨ ਹੀ ਸਾਰੇ ਗਲਤ ਸੀਗੇ, ਐਸਾ ਨਹੀਂ ਹੁੰਦਾ ਹੈਗਾ। ਅਸੀਂ ਤੇ ਕਹਿੰਦੇ ਪਏ ਆ, ਤੁਸੀਂ ਚਾਹੇ ਪੱਤਰ ਦੇ ਆਪਾਂ ਪਹਿਲਾਂ ਡਿਸਕਸ਼ਨ ਕੀਤੀ ਹੈ, ਮੰਗਾਂ ਹੁੰਦੀਆਂ ਨੇ ਪਰ ਅਜਿਹੇ ਅੰਦੋਲਨ ਨਹੀਂ ਹੁੰਦੇ। ਤੁਹਾਨੂੰ ਵੀ ਪਤਾ, ਤੁਸੀਂ ਖੁਦ ਸਿਆਸਤ ਦੇ ਨਾਲ ਜੁੜੇ ਹੋਏ ਹੋ ਕਿ ਹੁੰਦਾ ਹੈ ਪਰ ਮੰਗਾਂ ਇਸ ਤਰੀਕੇ ਨਾਲ ਨਹੀਂ ਹੁੰਦੀਆਂ। ਅਜਿਹੇ ਅੰਦੋਲਨ ਨਹੀਂ, ਇਹ ਨਹੀਂ ਕਿ ਹਰ ਸਾਲ ਦੂਸਰੇ ਸਾਲ ਅਜਿਹੇ ਅੰਦੋਲਨ ਹੋ ਜਾਂਦੇ। ਸਰੀਨ ਸਾਹਿਬ ਤੁਸੀਂ ਮੇਰੇ ਤੋਂ ਵੱਡੇ ਹੋ, ਮੇਰੇ ਸਤਿਕਾਰਯੋਗ ਹੋ, ਤੁਸੀਂ ਮੈਨੂੰ ਦੱਸੋ ਕਿ ਅੱਜ ਤੱਕ ਜਿੰਨੀ ਤੁਹਾਡੀ ਉਮਰ ਹੋ ਗਈ ਹੈ, ਅੱਜ ਤੱਕ ਕੋਈ ਐਡਾ ਵੱਡਾ ਅੰਦੋਲਨ ਵੇਖਿਆ?
ਅੱਜ ਹਰੇਕ ਮੈਨੂੰ ਆਵਾਜ਼ ਨਹੀਂ ਆ ਰਹੀ, ਧੀਰਜ ਜੀ ਬੋਲ ਰਹੇ ਨੇ, ਧੀਰਜ ਦੀ ਆਵਾਜ਼ ਨਹੀਂ ਆ ਰਹੀ ਸਾਨੂੰ ਲੋਕਾਂ ਨੂੰ। ਗੌਰਵ ਜੀ ਸਰੀਨ ਸਾਹਿਬ ਤੁਸੀਂ ਮੇਰੇ ਤੋਂ ਵੱਡੇ ਧੀਰਜ ਜੀ ਆਵਾਜ਼ ਨਹੀਂ ਆ ਰਹੀ ਸਾਨੂੰ ਲੋਕਾਂ ਨੂੰ। ਜਿੰਨੀ ਤੁਹਾਡੀ ਉਮਰ ਹੋ ਗਈ ਇਹੀ ਕਹਿਣਾ ਚਾਹ ਰਹੇ ਨੇ ਕਿ ਅੱਜ ਤੱਕ ਐਡਾ ਵੱਡਾ ਅੰਦੋਲਨ ਕਿਤੇ ਜ਼ਿੰਦਗੀ 'ਚ ਵੇਖਿਆ? ਤੁਹਾਡੀ ਆਵਾਜ਼ ਵੀ ਡਿਸਟਰਬ ਹੋ ਜੇ ਗਈ। ਐਡਾ ਵੱਡਾ ਪ੍ਰਦਰਸ਼ਨ ਹੋ ਰਿਹਾ ਤਾਂ ਸਰਕਾਰ ਨੂੰ ਕੋਈ ਵੱਡਾ ਫੈਸਲਾ ਲੈ ਲੈਣਾ ਚਾਹੀਦਾ। ਨਹੀਂ, ਮੈਨੂੰ ਇੱਕ ਚੀਜ਼ ਦੱਸਣ, ਜੇ ਮੈਨੂੰ ਜ਼ੀਰਾ ਜੀ ਇਹ ਦੱਸ ਦੇਣ ਕਿ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਨੇ ਜੀ, ਕੀ ਇੱਕ ਕੰਟੀਨਿਊਟੀ ਆਫ ਗਵਰਨਮੈਂਟ ਦੇ ਵਿੱਚ ਨਹੀਂ ਹੋਈਆਂ? ਇਹਨਾਂ ਨੇ 2006 ਦੇ ਵਿੱਚ ਪ੍ਰਾਈਵੇਟ ਮੰਡੀਆਂ ਨੂੰ ਲੈ ਕੇ ਨਹੀਂ ਸੀ ਆਏ? 2017 ਦੇ ਵਿੱਚ ਐਡਾ ਪ੍ਰਦਰਸ਼ਨ ਨਹੀਂ ਨਾ ਹੋਇਆ। ਉਹ ਇਹੀ ਕਹਿ ਰਹੇ ਨੇ ਕਿ ਐਡਾ ਪ੍ਰਦਰਸ਼ਨ ਨਹੀਂ ਹੋਇਆ, ਕਿ ਐਡੇ ਅੰਦੋਲਨ ਨਹੀਂ ਹੋਏ, ਇੰਨੀ ਵੱਡੀ ਮੂਵਮੈਂਟ ਕੋਈ ਨਹੀਂ ਹੋਈ ਕਿ ਠੀਕ ਹੈ ਪ੍ਰੋਟੈਸਟ ਹੋਏ, ਤੁਸੀਂ ਕਿਹਾ ਜਾਂ ਸਰਕਾਰ ਨੇ ਕਿਹਾ ਕਿ ਠੀਕ ਹੈ ਅਸੀਂ ਅਮੈਂਡਮੈਂਟ ਕਰਤੀ, ਸਭ ਆਊਟ ਹੋ ਗਿਆ। ਕਿ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਆਇਆ ਹੈ ਲਗਭਗ 90% ਤੇ ਆਲਰੇਡੀ ਐਪਲੀਕੇਬਲ ਹੈਗਾ ਪੰਜਾਬ ਦੇ ਵਿੱਚ, ਉਦੋਂ ਕਿਉਂ ਨਹੀਂ ਪ੍ਰੋਟੈਸਟ ਹੋਏ? ਮੈਂ ਉਲਟਾ ਪ੍ਰਸ਼ਨ ਇਹਨਾਂ ਨੂੰ ਪੁੱਛਦਾਗਾ ਕਿ ਜਦੋਂ ਤੁਸੀਂ ਅਮੈਂਡਮੈਂਟਾਂ ਕੀਤੀਆਂ ਉਦੋਂ ਪ੍ਰੋਟੈਸਟ ਕਿਉਂ ਨਹੀਂ ਹੋਏ? ਨਹੀਂ, ਪਰ ਤੁਸੀਂ ਕੀ ਕਹਿ ਰਹੇ ਹੋ ਸਰ? ਫਿਰ ਉਹੀ ਗੱਲ ਤੇ ਵਾਪਸ ਆ ਰਹੀ ਹੈ, ਬੀਜੇਪੀ ਕਿ ਕਿਸਾਨਾਂ ਦਾ ਕਾਨੂੰਨ, ਕਿਸਾਨਾਂ ਦਾ ਨਹੀਂ ਕਾਂਗਰਸ ਦਾ ਪ੍ਰਦਰਸ਼ਨ ਹੈ। ਜੀਰਾ ਸਾਹਿਬ ਤੁਸੀਂ 90% ਇੰਪਲੀਮੈਂਟ ਕੀਤਾ ਹੈ ਕਾਨੂੰਨ, ਤੁਸੀਂ ਅੱਜ ਸਵਾਲ ਚੁੱਕ ਰਹੇ ਹੋ ਇਸ ਦੇ ਉੱਤੇ। ਜੀਰਾ ਸਾਹਿਬ ਇੱਕ ਗੱਲ ਮੇਰੀ ਗੌਰਵ ਜੀ, ਮੇਰੀ ਸਰੀਨ ਜੀ ਨੂੰ ਇੱਕ ਬੇਨਤੀ ਆ ਕਿ ਸਰੀਨ ਜੀ ਤੁਸੀਂ ਇਹ ਗੱਲ ਕਹੀ ਕਿ ਇਦੋਂ ਪਹਿਲਾਂ ਸਰਕਾਰਾਂ ਆਈਆਂ, ਸਰਕਾਰਾਂ ਨੇ ਕਾਨੂੰਨ ਬਣਾਏ, ਪਰ ਸਰਕਾਰਾਂ ਨੇ ਕੋਈ ਮੌਤ ਦਾ ਵਾਅਦਾ ਨਹੀਂ ਬਣਾਇਆ। ਆਪਾਂ ਜਿਹਦੇ ਕਰਕੇ ਮੈਂ ਤੁਹਾਨੂੰ ਸੁਣ ਨਹੀਂ ਪਾ ਰਿਹਾ, ਤੁਸੀਂ ਕੀ ਕਹਿ ਰਹੇ ਹੋ? ਸਿੰਘ ਜੀ ਕਰ ਰਹੇ ਨੇ। ਗੌਰਵ ਜੀ ਤੁਸੀਂ ਥੋੜਾ ਜਿਹਾ ਤੁਸੀਂ ਕੰਪਲੀਟ ਕਰ ਲਓ, ਮੈਂ ਆਪਣੀ ਟੀਮ ਨੂੰ ਰਿਕਵੈਸਟ ਕਰਾਂਗਾ ਕਿ ਸਰੀਨ ਸਾਹਿਬ ਤੱਕ ਆਵਾਜ਼ ਨਹੀਂ ਜਾ ਰਹੀ ਜੀਰਾ ਜੀ ਦੀ, ਜੇਕਰ ਅਸੀਂ ਉਹ ਟੈਕਨੀਕਲ ਇਸ਼ੂ ਦੂਰ ਕਰ ਸਕੀਏ। ਠੀਕ ਹੈ ਜੀਰਾ ਸਾਹਿਬ, ਤੁਸੀਂ ਕੰਪਲੀਟ ਕਰ ਲਓ ਆਪਣੀ ਗੱਲ। ਨਹੀਂ ਜੀਰਾ ਸਾਹਿਬ, ਪੁਆਇੰਟ ਟੂ ਪੁਆਇੰਟ ਆਪਾਂ ਬਹੁਤ ਘੱਟ ਸਮਾਂ ਹੁੰਦਾ ਆਪਣੇ ਕੋਲ ਗੱਲਬਾਤ ਦੇ ਲਈ ਨਾ ਜੀ। ਉਹ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ 90% ਇੰਪਲੀਮੈਂਟ ਕਰ ਦਿੱਤੇ, ਅੱਜ ਪੰਜਾਬ ਸਰਕਾਰ ਉਸ ਦੇ ਉੱਤੇ ਹੀ ਕਿੰਤੂ ਪਰੰਤੂ ਕਰ ਰਹੀ ਹੈ। ਗੌਰਵ ਜੀ ਮੈਂ ਸਰੀਨ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਤੱਕ ਸਰਕਾਰਾਂ ਆਈਆਂ, ਇਹਨਾਂ ਨੇ ਕਿਹਾ ਜੇ 2006 ਦੇ ਵਿੱਚ ਜੇ ਅੰਨਾ ਜੀ ਨੇ ਆਉਣਾ ਸੀ ਤੇ ਸਾਡੇ ਮੰਤਰੀ ਅੱਗੋਂ ਰਿਸੀਵ ਕਰਨ ਗਏ, ਇਹਨਾਂ ਦੇ ਖੱਟਰ ਸਾਹਿਬ ਨੇ ਸਾਡੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ, ਵਾਟਰ ਕੈਨਨ ਚਲਾਇਆ। ਚਲੋ ਜੇ ਸਾਡੇ ਤੋਂ ਕਾਂਗਰਸ ਪਾਰਟੀ ਤੋਂ ਕੋਈ ਗਲਤੀ ਹੋ ਗਈ ਅਸੀਂ ਉਹਦੀ ਮਾਫੀ ਮੰਗਦੇ ਆ, ਪਰ ਅੱਜ ਜਿਹੜੇ ਬੱਚੇ ਰੁਲਦੇ ਪਏ ਨੇ, ਜਿਹੜੇ ਸਾਡੇ ਕਿਸਾਨ, ਸਾਡੇ ਬਜ਼ੁਰਗ, ਜਿਹੜੀਆਂ ਮਾਤਾਵਾਂ, ਅੱਜ ਜਾ ਕੇ ਉਹਨਾਂ ਦੇ ਹਾਲਾਤ ਤਾਂ ਵੇਖੋ। ਔਰ ਮੋਦੀ ਸਾਹਿਬ ਨੂੰ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਿੱਦਾਂ ਰਕਾਬਗੰਜ ਸਾਹਿਬ ਨਤਮਸਤਕ ਹੋਣ ਗਏ ਸੀ ਉਦਣ, ਔਰ ਅੱਜ ਸਾਡਾ ਕਿਸਾਨ ਦਿਵਸ ਆ, ਅੱਜ ਇੱਕ ਤੋਹਫਾ ਦੇਣਾ ਚਾਹੀਦਾ ਸੀ। ਅੱਜ ਜਿਹੜੀ ਚਿੱਠੀ ਸੀ, ਅੱਜ ਉਹਦੇ 'ਚ ਇਹ ਏਜੰਡਾ ਹੋਣਾ ਚਾਹੀਦਾ ਸੀ ਕਿ ਕਾਨੂੰਨ ਰੱਦ ਕੀਤੇ ਜਾਂਦੇ ਆ ਤੇ ਉਦੋਂ ਬਾਅਦ ਕਿਸਾਨਾਂ ਨਾਲ, ਕਿਸਾਨਾਂ ਦੀ ਕਮੇਟੀ ਬਣਾ ਕੇ ਇਹ ਜਿਹੜਾ ਬਿੱਲ ਆ ਜਿਹੜਾ ਨਵੇਂ ਤੌਰ ਤੇ ਬਣਾਇਆ ਜਾਊਗਾ, ਇਹੋ ਜਿਹਾ ਕੋਈ ਗਿਫਟ ਜਿਹੜਾ ਅੱਜ ਦੇਣਾ ਚਾਹੀਦਾ ਸੀ। ਔਰ ਸਰੀਨ ਸਾਹਿਬ ਅੱਜ ਜਿਹੜਾ ਕਿਸਾਨ ਦਿਵਸ, ਮੈਂ ਇਸ ਵਿੱਚ ਚਲੇ, ਠੀਕ ਹੈ, ਮੈਂ ਜੀਰਾ ਜੀ ਤੁਹਾਡੇ ਕੋਲ ਵਾਪਸ ਆ ਰਿਹਾ। ਸਾਡੇ ਨਾਲ ਇਸ ਸਮੇਂ ਸੀਨੀਅਰ ਵਕੀਲ ਦੀਪਕ ਮਲਹੋਤਰਾ ਜੀ ਵੀ ਜੁੜ ਚੁੱਕੇ ਨੇ। ਮੈਂ ਦੀਪਕ ਜੀ ਦਾ ਰੁੱਖ ਕਰਾਂ, ਉਸ ਤੋਂ ਪਹਿਲਾਂ ਅਮਰਜੀਤ ਜੀ ਕੁਝ ਕਹਿਣਾ ਚਾਹ ਰਹੇ ਨੇ, ਕਿਸਾਨ ਆਗੂ ਸਾਡੇ ਨਾਲ ਨੇ। ਅਮਰਜੀਤ ਜੀ। ਜੀ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਜੀ ਕਿ ਇਹਦੇ ਵਿੱਚ ਦੋਨੇ ਹੀ ਧਿਰਾਂ ਦੇ ਵਿੱਚ, ਚਾਹੇ ਜੋ ਵੀ ਸਰਕਾਰਾਂ ਆਈਆਂ, ਉਹਨਾਂ ਦੀ ਇਹ ਸਾਰੀ ਗੱਲ ਦੇ ਵਿੱਚ ਕਿਸਾਨ ਪਿਸ ਰਿਹਾ। ਕਿਸਾਨਾਂ ਨੂੰ ਫਾਹੇ ਦੇ ਫੰਦੇ ਤੱਕ ਪਹੁੰਚਾਉਣ ਵਾਲੇ ਕੋਈ ਸਾਡੇ ਇਸ ਦੇਸ਼ ਦੇ ਸਿਆਸਤਦਾਨ ਨਹੀਂ ਨੇ। ਉਹਨਾਂ ਜਦੋਂ ਸਵਾਮੀਨਾਥਨ ਰਿਪੋਰਟ, ਡਾਕਟਰ ਸਵਾਮੀਨਾਥਨ ਰਿਪੋਰਟ ਦੀ ਗੱਲ ਕਰਦੇ ਆ, ਇੰਨਾ ਲੰਬਾ ਸਮਾਂ ਹੋ ਗਿਆ, C2+50 ਦੀ ਗੱਲ ਉਹ ਤਾਂ ਲਾਗੂ ਨਹੀਂ ਹੋਈ, ਤੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਇਹ ਧੱਕੇ ਨਾਲ ਜਦੋਂ ਕਾਨੂੰਨ ਪਾਸ ਕੀਤੇ ਜਾਂਦੇ ਆ, ਉਹਨਾਂ ਨੂੰ ਜਾਇਜ਼ ਠਹਿਰਾਉਣਾ ਕਿ ਅੱਜ ਸੜਕਾਂ ਤੇ ਬੈਠੇ ਕਿਸਾਨਾਂ ਔਰ ਦੇਸ਼ ਦੇ ਅੰਦੋਲਨ ਕਰ ਰਹੇ ਔਰ ਘਰਾਂ 'ਚ ਬੈਠੇ ਕਿਸਾਨਾਂ ਦੇ ਪੱਖ ਦੀ ਗੱਲ, ਇਹ ਕਿਤੇ ਨਾ ਕਿਤੇ ਸਰਕਾਰਾਂ ਨੂੰ, ਸਰਕਾਰੀ ਨੁਮਾਇੰਦਿਆਂ ਨੂੰ, ਸਰੀਨ ਸਾਹਿਬ ਨੂੰ ਇਹ ਸਮਝਣੀ ਚਾਹੀਦੀ ਹੈ। ਠੀਕ ਹੈ ਅਮਰਜੀਤ ਜੀ, ਮੈਂ ਥੋੜਾ ਜਿਹਾ ਹੋਰ ਜਿਹੜੇ ਚਾਰ ਨਾਲ ਨਹੀਂ ਬੈਠੇ, ਸਾਨੂੰ ਕਿਸੇ ਦੀ ਆਵਾਜ਼ ਨਹੀਂ ਸੁਣ ਰਹੀ, ਅਸੀਂ ਕਿਵੇਂ ਜਵਾਬ ਦੇ? ਇਹ ਵੀ ਸੀ ਸਸਪੈਂਡ ਵਾਲੀ ਕਿ ਜੇ ਕੇਂਦਰ ਦੀ ਸਰਕਾਰ ਕਾਨੂੰਨਾਂ ਨੂੰ 6 ਮਹੀਨੇ ਸਾਲ ਦੇ ਲਈ ਸਸਪੈਂਡ ਕਰਦੀ ਹੈ ਤਾਂ ਕੀ ਜਥੇਬੰਦੀਆਂ ਤਿਆਰ ਹੋ ਜਾਣਗੀਆਂ ਅੰਦੋਲਨ ਖਤਮ ਕਰਨ ਦੇ ਲਈ? ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈ ਕਿ ਸਸਪੈਂਡ ਔਰ ਰੱਦ ਦੋਨਾਂ 'ਚ ਬਹੁਤ ਫਰਕ ਹੈ। ਸਸਪੈਂਡ ਕਰਵਾ ਕੇ ਐਡਾ ਵੱਡਾ ਕੀ ਅੰਦੋਲਨ ਦੁਬਾਰਾ ਜੇ ਬਦਨੀਤੀ, ਜਿਸ ਤਰ੍ਹਾਂ ਰਾਜ ਸਭਾ ਦੇ ਵਿੱਚ ਇਹ ਕਾਨੂੰਨ ਲਿਆਂਦਾ ਗਿਆ, ਕਰੋਨਾ ਕਾਲ ਦੇ ਵਿੱਚ ਲਿਆਂਦਾ ਗਿਆ, ਔਰ ਹੁਣ ਜਿਸ ਤਰ੍ਹਾਂ ਸਰਕਾਰਾਂ ਆਪਦੇ ਪੈਰ ਪਿੱਛੇ ਖਿੱਚ ਰਹੀ ਹੈ ਸੈਂਟਰ ਗਵਰਨਮੈਂਟ, ਕੀ ਦੁਬਾਰਾ ਐਡਾ ਅੰਦੋਲਨ ਖੜਾ ਕਰਕੇ ਸਰਕਾਰਾਂ ਨੂੰ ਅਸੀਂ ਮਨਾ ਲਵਾਂਗੇ? ਕਿਸੇ ਵੀ ਸਰਕਾਰ ਨੂੰ ਇਹ ਅੰਦੋਲਨ ਬਾਰ-ਬਾਰ ਨਹੀਂ ਹੋਇਆ ਕਰਦੇ। ਜੇਕਰ ਕਿਸਾਨ ਕਹਿ ਰਹੇ ਆ, ਚਲੋ ਮੈਂ ਪੁਆਇੰਟ ਕਲੀਅਰ ਕਰਾਂ, ਤੁਸੀਂ ਪੁਆਇੰਟ ਨੰਬਰ 1 ਤੁਸੀਂ ਇਹ ਕਹਿ ਰਹੇ ਹੋ ਕਿ ਅਮੈਂਡਮੈਂਟ ਮਨਜ਼ੂਰ ਨਹੀਂ, ਪੁਆਇੰਟ ਨੰਬਰ 2 ਇਹ ਵੀ ਕਿ ਤੁਸੀਂ ਕਹਿ ਰਹੇ ਹੋ ਕਿ ਕੋਈ ਜੇਕਰ ਸਸਪੈਂਡ ਕੀਤੇ ਜਾਂਦੇ ਨੇ ਤਾਂ ਵੀ ਮਨਜ਼ੂਰ।
ਬਿਲਕੁਲ ਮਨਜ਼ੂਰ ਨਹੀਂ ਜੀ। ਇਹ ਦੁਬਾਰਾ ਬਣਾਉਣਾ ਚਾਹਣ ਤੇ ਦੁਬਾਰਾ ਇਹ ਕਮੇਟੀ ਬਣਾ ਕੇ ਕਿਸਾਨਾਂ ਦੀ ਸਲਾਹ ਤੋਂ ਬਾਅਦ ਉਹ ਇਹਨਾਂ ਦਾ ਓਪੀਨੀਅਨ ਜਾਣ ਕੇ ਸਰਕਾਰੀ ਇੱਕ ਤੌਰ ਦੇ ਉੱਤੇ ਇੱਕ ਜਿਹੜੀ ਇਹ ਕਮੇਟੀ ਬਣ ਜਾਏ, ਫਿਰ ਦੁਬਾਰਾ ਇਹਦੇ ਤੇ ਚਰਚਾ ਹੋ ਕੇ ਦੁਬਾਰਾ ਕਾਨੂੰਨ ਬਣਾਇਆ ਜਾ ਸਕਦਾ। ਪਰ ਇਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹੀ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਖੜੇ ਕਰ ਦੇਣਾ, ਇਹ ਕਿਤੇ ਨਾ ਕਿਤੇ ਇਹ ਦੱਸਦਾ ਹੈ ਕਿ ਸਰਕਾਰ ਦੀ ਨੀਤੀ ਤੇ ਨੀਤ ਕੀ ਆ, ਇਹ ਸਾਹਮਣੇ ਦਿਸਦੀ ਹੈ। ਠੀਕ ਹੈ ਅਮਰਜੀਤ ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਾਡੇ ਨਾਲ ਦੀਪਕ ਮਲਹੋਤਰਾ ਜੀ ਜੁੜੇ ਹੋਏ ਨੇ, ਸੀਨੀਅਰ ਐਡਵੋਕੇਟ ਨੇ। ਵਕੀਲ ਸਾਹਿਬ, ਪਹਿਲਾ ਸਵਾਲ ਲਿਖੀ ਹੈ ਕਿਉਂਕਿ ਇਸ ਸਮੇਂ ਪੁਆਇੰਟਸ ਇਹ ਹੋ ਰਿਹਾ ਕਿ ਇਹ ਪੂਰਾ ਅਨਕਨਸਟੀਟਿਊਸ਼ਨਲ ਹੈ ਜਿਹੜੇ ਇਹ ਕਾਨੂੰਨ ਸੈਂਟਰ ਗਵਰਨਮੈਂਟ ਲੈ ਕੇ ਆਈ ਹੈ। ਤੁਹਾਡਾ ਇਸ ਦੇ ਉੱਤੇ ਟੇਕ ਕਿ ਵਾਕਈ ਹੀ ਇਹਨਾਂ ਨੂੰ ਚੈਲੰਜ ਸੁਪਰੀਮ ਕੋਰਟ ਦੇ ਵਿੱਚ ਕੀਤਾ ਜਾ ਸਕਦਾ ਹੈ ਜਾਂ ਕਰ ਦੇਣਾ ਚਾਹੀਦਾ ਹੈ ਕਿ ਵਾਕਈ ਇਹ ਸੂਬਿਆਂ ਦੇ ਅਧਿਕਾਰ ਸੀ ਜਿਨ੍ਹਾਂ ਦੇ ਵਿੱਚ ਇੰਟਰਫੇਅਰ ਕੀਤਾ ਗਿਆ ਸੈਂਟਰ ਦੇ ਵੱਲੋਂ? ਜੀ, ਇਹਦੇ ਵਿੱਚ ਪਹਿਲਾਂ ਤਾਂ ਮੈਂ ਕਹਾਂਗਾ ਕਿ ਇਹ ਪੂਰੀ ਤਰ੍ਹਾਂ ਅਨਕਨਸਟੀਟਿਊਸ਼ਨਲ ਨਹੀਂ ਹੈ, ਕਿਉਂਕਿ ਸੂਬਿਆਂ ਨੂੰ ਅਧਿਕਾਰ ਸੀਗਾ ਐਂਟਰੀ 26 ਤੇ 27 ਬਾਰੇ, ਪਰ ਐਂਟਰੀ 26 ਤੇ 27 ਜਿਹੜੀ ਲੈਜਿਸਲੇਸ਼ਨ ਦੀ ਹੈਗੀ ਹੈ ਉਹ ਵੀ ਸਬਜੈਕਟ ਟੂ ਐਂਟਰੀ 33 ਹੈਗੀ ਹੈ, ਜਿਹੜੀ ਸਟੇਟ ਨੂੰ ਸੈਂਟਰ ਨੂੰ ਪੂਰਾ ਅਧਿਕਾਰ ਦਿੰਦੀ ਹੈ ਕਿ ਉਹ ਕੋਈ ਵੀ ਕਾਨੂੰਨ ਇਹਦੇ ਤੇ ਬਣਾ ਦੇਵੇ। ਜਦ ਸਟੇਟ ਵੀ ਤੇ ਸੈਂਟਰ ਦੋਨੋਂ ਹੀ ਕਾਨੂੰਨ ਬਣਾ ਦਿੰਦੇ ਆ ਤੇ ਸੈਂਟਰ ਦੇ ਹੀ ਕਾਨੂੰਨ ਨੂੰ ਉੱਪਰ ਮੰਨਿਆ ਜਾਂਦਾ। ਜੇ ਦੂਜੀ ਗੱਲ ਆਪਾਂ ਇਹਨੂੰ ਦੇਖੀਏ ਕਿ ਵੀ ਇਹ ਲੋਕ ਸਭਾ ਤੋਂ ਵੀ ਪਾਸ ਹੋ ਗਿਆ ਤੇ ਵਿਧਾਨ ਸਭਾ ਤੋਂ ਵੀ ਪਾਸ ਹੋ ਗਿਆ, ਜੇ ਕੋਈ ਵੀ ਪਾਰਟੀ ਕਹਿੰਦੀ ਹੈ ਕਿ ਵੀ ਇਹ ਪ੍ਰੋਪਰਲੀ ਵੌਇਸ ਓਵਰ ਨਾਲ ਪ੍ਰੋਪਰਲੀ ਨਹੀਂ ਹੋਇਆ ਤੇ ਇਹ ਸੈਂਟਰ ਕੋਲ ਇੱਕ ਹੋਰ ਪਾਵਰ ਹੁੰਦੀ ਹੈ ਕਿ ਜੁਆਇੰਟ ਸਿਟਿੰਗ ਵੀ ਕਰ ਸਕਦੀ ਹੈ ਲੋਕ ਸਭਾ ਤੇ ਵਿਧਾਨ ਸਭਾ ਦੀ। ਜੀ, ਅਗਰ ਇਹਦੇ ਵਿੱਚ ਜੁਆਇੰਟ ਸਿਟਿੰਗ ਵੀ ਕਰਦੇ ਆ ਤਾਂ ਵੀ ਲੋਕ ਸਭਾ ਦੇ ਵਿੱਚ ਆਪਣੇ ਐਨਡੀਏ ਕੋਲੋਂ 353 ਸੀਟਾਂ ਤੇ ਵਿਧਾਨ ਸਭਾ ਚ 112 ਹੈ, ਤਾਂ ਵੀ ਉਹਨਾਂ ਦੇ ਮੈਜੋਰਟੀ ਨਾਲ ਇਹ ਪਾਸ ਹੋ ਜਾਏਗਾ। ਤੇ ਇਸ ਗਰਾਊਂਡ ਤੇ ਤਾਂ ਇਹ ਕਨਸਟੀਟਿਊਸ਼ਨਲ ਅਨਕਨਸਟੀਟਿਊਸ਼ਨਲ ਬਣੇਗਾ ਨਹੀਂ। ਇਹ ਫੰਡਾਮੈਂਟਲ ਰਾਈਟਸ ਤੇ ਹੀ ਇਹਨੂੰ ਚੈਲੰਜ ਕੀਤਾ ਜਾ ਸਕਦਾ ਹੈ ਕਿ ਵੀ ਇਹਦੇ ਵਿੱਚ ਇੰਡੀਵਿਜੂਅਲ ਬੰਦਿਆਂ ਦਾ, ਕਿਸਾਨਾਂ ਦਾ ਫੰਡਾਮੈਂਟਲ ਰਾਈਟਸ ਜੀ ਉਹਦਾ ਹਨਨ ਹੋ ਰਿਹਾ। ਇਹਦੇ ਵਿੱਚ ਕਈ ਪੁਆਇੰਟਸ ਹੈਗੇ ਆ, ਜਿਵੇਂ ਕਿਸਾਨਾਂ ਦਾ ਹੈਗਾ ਕਿ ਉਹਨਾਂ ਦੀ ਜ਼ਮੀਨ ਇਹਦੇ ਵਿੱਚ ਐਕਵਾਇਰ ਨਾ ਕਰ ਲਿੱਤੀ ਜਾਵੇ। ਜਿਵੇਂ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਦੀ ਜ਼ਮੀਨ ਨੂੰ ਕੋਈ ਖਤਰਾ ਨਹੀਂ ਹੈ, ਇਹਦੇ ਵਿੱਚ ਸਾਰੀ ਪਾਵਰਸ ਕੋਰਟ ਤੋਂ ਹਟਾ ਕੇ ਐਸਡੀਐਮ ਵਗੈਰਾ ਨੂੰ ਦੇ ਦਿੱਤੀ ਗਈ ਹੈ ਤੇ ਐਸਡੀਐਮ ਸਾਰੇ ਸਰਕਾਰ ਦੇ ਬੰਦੇ ਹੈ। ਇਹਦੇ ਵਿੱਚ ਹੈਗਾ ਕਿ ਜੇ ਵੀ ਕੋਈ ਵੀ ਕਿਸਾਨ ਕੋਲੋਂ ਆਪਣੀ ਕੰਪਨੀ ਡੈਮੇजेस ਰਿਕਵਰ ਕਰ ਸਕਦੀ ਹੈ। ਹੁਣ ਜਦ ਵੀ ਅਸੀਂ ਕੋਰਟ ਦੇ ਵਿੱਚ ਕਿਸੇ ਕੋਲੋਂ ਡੈਮੇजेस ਰਿਕਵਰ ਕਰਦੇ ਆ, ਜਿੰਨੇ ਵੀ ਡੈਮੇजेस ਹੁੰਦੇ ਆ ਉਹਦੀ ਪ੍ਰਾਪਰਟੀ ਅਸੀਂ ਐਗਜ਼ੀਕਿਊਸ਼ਨ ਚ ਆਪੇ ਹੀ ਅਟੈਚ ਕਰ ਦਿੰਦੇ ਆ ਤੇ ਇਹਦੇ ਵਿੱਚ ਉਹਨਾਂ ਦੀ ਜ਼ਮੀਨ ਨੂੰ ਤਾਂ ਵੈਸੇ ਹੀ ਖਤਰਾ ਆ ਜਾਏਗਾ ਜੇ ਕੋਈ ਵੀ ਡੈਮੇजेस ਆ ਜਾਂਦੀ ਹੈ। ਦੂਸਰਾ ਇਹਦੇ ਵਿੱਚ ਜਿਹੜਾ ਇਹ ਹੈਗਾ ਇਹਨਾਂ ਨੇ ਕੀਤਾ ਐਮਐਸਪੀ ਬਾਰੇ ਕੋਈ ਵੀ ਨਹੀਂ ਦੱਸਿਆ। ਕਿਸਾਨਾਂ ਜਿਹੜੇ ਮੇਜਰ ਚਾਵਲ ਤੇ ਆਟੇ ਦਾ ਹੈਗੀ ਹੈ, ਜਿੰਨਾ ਵੀ ਹੈਗਾ ਕਣਕ ਦਾ, ਇਹ ਇਸ ਵਕਤ ਫੂਡ ਕਾਰਪੋਰੇਸ਼ਨ ਆਫ ਇੰਡੀਆ ਇਹਨੂੰ ਖਰੀਦੀ ਹੈ। ਕਿਸਾਨਾਂ ਨੂੰ ਇੰਨਾ ਹੀ ਹੈਗਾ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਦੀ ਉਪਜ ਐਫਸੀਆਈ ਹੀ ਖਰੀਦੀ ਹੈ। ਉਹਨਾਂ ਨੂੰ ਹੈਗਾ ਜੇ ਪ੍ਰਾਈਵੇਟ ਮੰਡੀਆਂ ਆ ਜਾਣਗੀਆਂ ਤੇ ਐਮਐਸਪੀ ਤੋਂ ਉਹ ਘੱਟ ਹੀ ਖਰੀਦਣ ਲਈ ਕਰਨਗੀਆਂ। ਇਹ ਉਹਨਾਂ ਨੂੰ ਦੂਜਾ ਰਿਸਕ ਹੈਗਾ। ਠੀਕ ਹੈ, ਤੀਸਰਾ ਹੈਗਾ ਇਹ। ਹਾਂਜੀ ਜੀ, ਮੈਂ ਤੁਹਾਡੇ ਕੋਲ ਸਰ ਵਾਪਸ ਆਉਣਾ। ਤੁਸੀਂ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਡਾਇਰੈਕਟਲੀ ਜਾ ਕੇ ਤੁਸੀਂ ਇਸ ਨੂੰ ਅਨਕਨਸਟੀਟਿਊਸ਼ਨਲ, ਗੈਰ ਸੰਵਿਧਾਨਿਕ ਨਹੀਂ ਕਹਿ ਸਕਦੇ। ਨਹੀਂ ਕਹਿ ਸਕਦੇ। ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਕਹਿਣਾ ਹੈ। ਅਮਰਜੀਤ ਜੀ, ਤੁਹਾਡਾ ਇਸ ਦੇ ਉੱਤੇ ਇੱਕ ਟੇਕ। ਅਮਰਜੀਤ ਜੀ, ਤੁਸੀਂ ਆਪਣੇ ਵਕੀਲਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਕਿਉਂਕਿ 4 ਵਕੀਲਾਂ ਦਾ ਨਾਮ ਵੀ ਆਇਆ ਸੀ, ਦੇਸ਼ ਦੇ ਵੱਡੇ ਵਕੀਲ ਨੇ। ਬਿਲਕੁਲ ਅਮਰਜੀਤ ਜੀ, ਕਿ ਉਹਨਾਂ ਨੇ ਤੁਹਾਨੂੰ ਗਾਈਡ ਕੀਤਾ ਕਿ ਵਾਕਈ ਅਨਕਨਸਟੀਟਿਊਸ਼ਨਲ ਨੇ ਤੇ ਇਹਨਾਂ ਨੂੰ ਚੈਲੰਜ ਕੀਤਾ ਜਾ ਸਕਦਾ ਸੁਪਰੀਮ ਕੋਰਟ 'ਚ? ਦੇਖੋ ਉਹਨਾਂ ਤੇ ਚਰਚਾ ਚੱਲ ਰਹੀ ਹੈ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੱਸਾਂਗੇ ਕਿ ਵੀ ਇਹਦੇ ਤੇ ਚੈਲੰਜ ਕਰਨਾ ਹੈ ਜਾਂ ਨਹੀਂ ਕਰਨਾ। ਫਿਲਹਾਲ ਹਲੇ ਤੱਕ ਅਸੀਂ ਉਹਨਾਂ ਤੇ ਚਰਚਾ ਕਰ ਰਹੇ ਹਾਂ। ਸਾਡੇ ਜਿਹੜਾ ਵਕੀਲਾਂ ਦਾ ਪੈਨਲ ਬਣਿਆ ਹੋਇਆ ਉਹਨਾਂ ਨਾਲ ਚਰਚਾ ਚੱਲ ਰਹੀ ਹੈ। ਬਾਕੀ ਗੱਲ ਜਿਸ ਤਰ੍ਹਾਂ ਇਹ ਸਾਰੇ ਰਿਸਕ ਸੀਨੀਅਰ ਐਡਵੋਕੇਟ ਸਾਹਿਬ ਨੇ ਦੱਸੇ ਹੈ, ਉਹ ਸਾਫ਼ ਹੈ ਗੱਲ ਕਿ ਕਿਤੇ ਨਾ ਕਿਤੇ ਜ਼ਮੀਨਾਂ ਦੇ ਉੱਤੇ ਲੁਕਵੇਂ ਢੰਗ ਦੇ ਨਾਲ, ਜਿਵੇਂ ਉਹਦੇ ਤੇ ਲੋਨ ਲੈਣ ਦੀ ਗੱਲ ਹੈ ਕਿ ਪ੍ਰਾਪਰਟੀ ਤੇ ਲੋਨ ਲਿਆ ਜਾ ਸਕਦਾ, ਜਿਹੜੀ ਉੱਤੇ ਕੰਪਨੀ ਬਣਾ ਕੇ ਜ਼ਮੀਨ ਤੇ ਲੋਨ ਨਹੀਂ ਲਿਆ ਜਾ ਸਕਦਾ। ਉਹ ਕਿਤੇ ਨਾ ਕਿਤੇ ਜਦੋਂ ਕੰਪਨੀ ਛੱਡ ਕੇ ਜਾਏਗੀ 50 ਸਾਲ ਦੀ ਲੀਜ਼ ਤੋਂ ਬਾਅਦ
ਜੀ ਉਹਦੇ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਕਿਸਾਨ ਹੈ, ਜ਼ਮੀਨ ਦਾ ਮਾਲਕ ਹੈ, ਉਹਦੇ ਵਾਸਤੇ ਖਤਰੇ ਦੀ ਘੰਟੀ ਹੈ। ਜ਼ਮੀਨ ਦੀ ਮਾਲਕੀ ਜਿਹੜੀ 50 ਸਾਲ ਬਾਅਦ 3 ਪੀੜ੍ਹੀਆਂ ਚਲੇ ਜਾਣਗੀਆਂ। ਠੀਕ ਹੈ, ਤੁਸੀਂ ਜਿਹੜਾ ਪੁਆਇੰਟ ਕਰ ਰਹੇ ਹੋ, ਮੈਂ ਜੀਰਾ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ। ਕੁਲਬੀਰ ਜੀਰਾ ਜੀ ਸਾਡੇ ਨਾਲ ਨੇ। ਜੀਰਾ ਸਾਹਿਬ, ਕੇਂਦਰ ਦੀ ਸਰਕਾਰ ਲਗਾਤਾਰ ਇਹੀ ਜ਼ਿਕਰ ਕਰ ਰਹੀ ਹੈ, ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ। ਦੇਖੋ, ਮੈਂ ਦੋ ਚੀਜ਼ਾਂ ਆਖਰ ਦੇ ਵਿੱਚ ਤੁਹਾਡੇ ਤੋਂ ਜਾਣਨੀਆਂ ਚਾਹੁੰਦਾ ਕਿ ਜੇਕਰ ਬੀਜੇਪੀ ਲਗਾਤਾਰ ਇਲਜ਼ਾਮ ਲਗਾਉਂਦੀ ਹੈ ਤੁਹਾਡੇ ਉੱਤੇ ਕਿ ਤੁਸੀਂ 90% ਇੰਪਲੀਮੈਂਟ ਕਰ ਦਿੱਤਾ ਇਹ ਕਾਨੂੰਨ, ਜੇਕਰ ਨਹੀਂ ਹੋਇਆ ਤਾਂ ਤੁਸੀਂ ਤੱਥ ਲਿਆ ਕੇ ਸਾਹਮਣੇ ਕਿਉਂ ਨਹੀਂ ਰੱਖਦੇ? ਕਿਉਂ ਬੀਜੇਪੀ ਨੂੰ ਵਾਰ-ਵਾਰ ਬੋਲਣ ਦਾ ਮੌਕਾ ਦੇ ਰਹੀ ਹੈ ਕਾਂਗਰਸ? ਗੱਲ ਇਹ ਆ ਕਿ ਗੌਰਵ ਜੀ, ਹੁਣ ਇੱਕ ਤਾਂ ਆਪਣੇ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਸਰੀਨ ਸਾਹਿਬ ਨੂੰ ਕਿ ਸਰੀਨ ਸਾਹਿਬ ਐਡਵੋਕੇਟ ਸਾਹਿਬ ਨੇ ਬੜੀ ਡਿਟੇਲ ਚ ਦੱਸਿਆ, ਸਰਦਾਰ ਅਮਰਜੀਤ ਸਿੰਘ ਨੇ ਵੀ ਤੁਹਾਨੂੰ ਦੱਸਤਾ। ਔਰ ਮੇਰੀ ਇੱਕ ਬੇਨਤੀ ਆ ਕਿ 1 ਮਿੰਟ ਦੇ ਵਿੱਚ ਸਾਨੂੰ ਕੋਈ ਸੁਪਰੀਮ ਕੋਰਟ ਚ ਜਾਣ ਦੀ ਲੋੜ ਨਹੀਂ। ਔਰ ਜੇ ਨਰਿੰਦਰ ਮੋਦੀ ਜੀ ਮੀਟਿੰਗ ਜਿਹੜੀ ਆ ਕੱਲੀ ਕਿਸਾਨ ਜਥੇਬੰਦੀਆਂ ਨਾਲ ਆਵਾਜ਼ ਨਹੀਂ ਸੁਣ ਰਹੀ, ਅਮਿਤ ਸ਼ਾਹ ਜੀ ਬੈਠ ਜਾਣ ਔਰ ਪਿਊਸ਼ ਗੋਇਲ ਜੀ ਨੂੰ ਤੇ ਤੋਮਰ ਜੀ ਨੂੰ ਬਾਹਰ ਕੱਢ ਦੇਣ ਤੇ ਜਿਹੜਾ ਮਸਲੇ ਦਾ ਜਿਹੜਾ ਹੱਲ ਹੋ ਜਾਊਗਾ। ਕੋਈ ਜ਼ਿਆਦਾ ਵੱਡੀ ਗੱਲ ਨਹੀਂ। ਜਿਵੇਂ ਇਹਨੂੰ ਰੱਦ ਕਰਕੇ ਇਹਨੂੰ ਨਵੀਂ ਕਮੇਟੀ ਬਣਾਈ ਜਾਵੇ ਕਿਸਾਨਾਂ ਦੀ, ਔਰ ਫਿਰ ਇਹਨੂੰ ਬਾਅਦ ਦੇ ਵਿੱਚ ਜਿਹੜਾ ਬਣਾਇਆ ਜਾਵੇ। ਠੀਕ ਹੈ ਸਰੀਨ ਸਾਹਿਬ, ਤੁਹਾਡਾ ਫਾਈਨਲ ਕਮੈਂਟ ਇਸ ਪੂਰੇ ਮਾਮਲੇ ਦੇ ਵਿੱਚ। ਦੇਖੋ, ਠੋਸ ਪ੍ਰਸਤਾਵ ਦਾ ਲਗਾਤਾਰ ਜ਼ਿਕਰ ਹੋ ਰਿਹਾ ਹੈ। ਸਰੀਨ ਸਾਹਿਬ, ਇਹ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਸ ਪੂਰੇ ਰੇੜਕੇ ਦੇ ਦੌਰਾਨ ਕਿ ਇੱਕ ਵਾਰ ਵੀ ਕਿਸਾਨਾਂ ਨੇ ਤੁਹਾਡੇ ਸੱਦੇ ਨੂੰ ਮੋੜਿਆ ਨਹੀਂ, ਚਾਹੇ ਉਹ ਕਿਸੇ ਅਫਸਰ ਦੇ ਵੱਲੋਂ ਭੇਜਿਆ ਗਿਆ ਹੋਵੇ ਜਾਂ ਫਿਰ ਮੰਤਰੀ ਦੇ ਵੱਲੋਂ। ਫਿਰ ਤੁਸੀਂ ਇਸ ਵਾਰ ਉਲਝਣਦਾਰ ਕਿਉਂ ਰੱਖਿਆ ਕੰਮ? ਨਹੀਂ ਗੌਰਵ ਜੀ, ਬਿਲਕੁਲ ਉਲਝਣਦਾਰ ਨਹੀਂ ਰੱਖਿਆ। ਤੁਸੀਂ ਉਹਦੀ ਵਰਡਿੰਗ ਸਮਝ ਲਓ। ਅਗਲੀ ਮੀਟਿੰਗ ਦਾ ਏਜੰਡਾ ਸੈੱਟ ਕਰਨ ਵਾਸਤੇ ਉਹ ਚਿੱਠੀ ਗਈ ਹੈ ਕਿ ਜਿਹੜੇ ਪੁਆਇੰਟਸ ਆਪਾਂ ਡਿਸਕਸ ਕੀਤੇ ਉਹਦੇ ਇਲਾਵਾ ਜਿਹੜੇ ਹੋਰ ਪੁਆਇੰਟਸ ਨੇ, ਇਤਰਾਜ਼ ਨੇ, ਤੁਸੀਂ ਸਾਨੂੰ ਭੇਜ ਦਿਓ ਤਾਂ ਕਿ ਅਗਲੀ ਮੀਟਿੰਗ ਔਰ ਸਥਾਨ ਵੀ ਦੱਸਿਆ ਕਿ ਆਪਾਂ ਉੱਥੇ ਆਪਣਾ ਵਿਗਿਆਨ ਭਵਨ 'ਚ ਬੈਠਾਂਗੇ। ਕਿਸੇ ਤਾਂ ਨਹੀਂ ਤੈਅ ਹੋ ਪਾਈ ਕਿਉਂਕਿ ਇਹਨਾਂ ਕੋਲੋਂ ਮੰਗਿਆ ਗਿਆ ਕਿ ਤੁਸੀਂ ਦੱਸੋ ਤੁਹਾਨੂੰ ਹੋਰ ਕੀ ਇਤਰਾਜ਼ ਹੈ ਤਾਂ ਕਿ ਤੁਸੀਂ ਡਿਸਕਸ਼ਨ ਹੋ ਸਕੇ। ਇਸ ਏਜੰਡੇ ਨੂੰ ਸਰੀਨ ਸਾਹਿਬ ਲੇਟ ਪਹੁੰਚੇ ਸੀ ਕਿਸੇ ਮੀਟਿੰਗ ਦੇ ਵਿੱਚ। ਕਿਸਾਨ ਏਜੰਡੇ ਤੇ ਗੱਲ ਕਰ ਸਰੀਨ ਸਾਹਿਬ ਨੇ ਕਹਿਤਾ, ਕਿਸਾਨ ਜਥੇਬੰਦੀਆਂ ਨੇ ਕਹਿਤਾ ਇਹਨੂੰ ਏਜੰਡੇ 'ਚ ਭੇਜੋ ਕਿ ਰੱਦ ਕੀਤਾ ਜਾਂਦਾ ਹੈ। ਉਹ ਹੋ ਜਾਏਗਾ। ਭਟਕਾਉਣਾ ਕਲੀਅਰ ਲਿਖਿਆ ਹੋਇਆ ਜੀ। ਤੁਸੀਂ ਕਿਸਾਨਾਂ ਨੂੰ ਮੇਰੀ ਬੇਨਤੀ ਹੈ, ਨਾਗਰਿਕਾਂ ਨੂੰ ਮੂਰਖ ਬਣਾਉਣ ਤੇ ਲੱਗੇ ਹੋਏ ਹੋ। ਬਹੁਤ ਸਤਿਕਾਰਯੋਗ ਹੈ। ਇਸ ਕਰਕੇ ਮੈਂ ਸਵਾਲ ਪੁੱਛ ਰਿਹਾ। ਦੇਖੋ, ਹੁਣ ਜਦੋਂ ਤੁਸੀਂ ਸੱਦਿਆ, ਜਦੋਂ ਸਰਕਾਰ ਨੇ ਸੱਦਿਆ, ਪਹੁੰਚ ਕੇ ਕਿਸਾਨ। ਇਹ ਤਾਂ ਨਹੀਂ ਹੋਇਆ ਕਿ ਆਪਣੀ ਤਰੀਕ ਨੂੰ ਸੱਦਿਆ ਉਹ 5 ਨੂੰ ਆਏ, ਤਾਂ ਤੁਸੀਂ ਸਮਾਂ ਤੇ ਤਰੀਕ ਦੇ ਕੇ ਭੇਜਦੇ ਕਿ ਹਾਂ ਬਈ ਇਸ ਚੀਜ਼ ਦੇ ਉੱਤੇ ਗੱਲ ਹੋਏਗੀ, ਆ ਮੰਤਰੀ ਬੈਠਣਗੇ ਤੇ ਕਰੋ ਗੱਲ। ਨਹੀਂ ਗੌਰਵ ਜੀ, ਜਿਹੜੀ ਪੱਤਰ ਦੇ ਵਿੱਚ ਲਿਖਿਆ ਕਿ ਜਿਹੜੇ ਪੁਆਇੰਟਸ ਡਿਸਕਸ ਹੋਏ ਤੁਸੀਂ ਆਪਣੇ ਸਾਥੀਆਂ ਨਾਲ ਡਿਸਕਸ ਕਰਕੇ ਉਹਦਾ ਰਿਐਕਸ਼ਨ ਦੇ ਦਿਓ, ਪਲੱਸ ਜਿਹੜੇ ਹੋਰ ਕੋਈ ਇਸ਼ੂਸ ਹੈਗੇ ਨੇ ਉਹ ਵੀ ਸਾਨੂੰ ਦੱਸ ਦਿਓ ਤਾਂ ਕਿ ਉਹਦੇ ਹਿਸਾਬ ਨਾਲ ਮੀਟਿੰਗ ਹੋ ਜਾਵੇ। ਇਹਦੇ ਵਿੱਚ ਕੀ ਗਲਤ ਹੈਗਾ? ਨੰਬਰ 2, ਇੱਥੇ ਤੱਕ ਕਨਸਟੀਟਿਊਸ਼ਨਲ ਔਰ ਅਨਕਨਸਟੀਟਿਊਸ਼ਨਲ ਦੀ ਗੱਲ ਹੈ। ਦੀਪਕ ਜੀ ਨੇ ਬੜਾ ਕਲੀਅਰ ਕਰ ਦਿੱਤਾ। ਤੁਸੀਂ ਇੱਕ ਚੀਜ਼ ਸੋਚੋ, ਜੇ ਕਿਤੇ ਅਨਕਨਸਟੀਟਿਊਸ਼ਨਲ ਹੁੰਦਾ, ਆ ਜਿੰਨੀਆਂ ਆਪੋਜੀਸ਼ਨ ਪਾਰਟੀਆਂ, ਵਿਰੋਧੀ ਪਾਰਟੀਆਂ ਲੱਗੀਆਂ ਹੋਈਆਂ ਨੇ ਤਮਾਸ਼ਾ ਕਰਨ, ਇਹ ਹੁਣ ਤੱਕ ਸੁਪਰੀਮ ਕੋਰਟ ਨਾ ਗਈਆਂ ਹੁੰਦੀਆਂ। ਨਹੀਂ ਸਰੀਨ ਸਾਹਿਬ, ਜੋ ਇੱਕ ਆਖਰੀ ਬਹੁਤ ਛੋਟਾ ਜਿਹਾ ਕਮੈਂਟ ਸਰ, 10 ਸੈਕਿੰਡ ਦੇ ਮੇਰੇ ਕੋਲ ਸਮਾਂ ਖਤਮ ਹੋ ਗਿਆ। ਤਮਾਸ਼ਾ ਤੁਸੀਂ ਕਰ ਰਹੇ ਹੋ, ਤਮਾਸ਼ਾ ਤੁਸੀਂ ਕਰ ਰਹੇ ਹੋ। ਕਾਨੂੰਨ ਰੱਦ ਕਰਨ ਬਾਰੇ ਸਰਕਾਰ ਸੋਚ ਰਹੀ ਹੈ ਕਿ ਨਹੀਂ? ਔਰ ਜਾ ਕੇ ਵੇਖੋ ਹੱਦਾਂ ਦੇ ਉੱਤੇ ਬਾਰੇ ਸਰਕਾਰ ਸੋਚ ਰਹੀ ਹੈ ਕਿ ਨਹੀਂ? ਕਿਸਾਨ ਦੇ ਵੇਖੋ ਮਨਜ਼ੂਰ ਨਹੀਂ। ਤਮਾਸ਼ਾ ਤੁਸੀਂ ਕਰ ਰਹੇ ਹੋ। ਸਸਪੈਂਸ਼ਨ ਜੀ, ਸਾਨੂੰ ਆਵਾਜ਼ ਨਹੀਂ ਆ ਰਹੀ ਤੁਹਾਡੀ। ਸਰੀਨ ਸਾਹਿਬ, ਸਰੀਨ ਸਾਹਿਬ ਨੂੰ ਮੈਂ 2 ਕੁਐਸਚਨ ਪੁੱਛਣਾ ਚਾਹਾਂਗਾ। ਸਰੀਨ ਸਾਹਿਬ, ਜਿਹੜੀ ਪੈਨਲਟੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਗੌਰਵ ਜੀ ਮੈਨੂੰ। ਮੇਰੀ ਆਵਾਜ਼ ਪਹੁੰਚ ਰਹੀ ਹੈ ਗੌਰਵ ਜੀ? ਹੈਲੋ ਸਰੀਨ ਸਾਹਿਬ ਕੋਲੋਂ ਮੈਂ 2 ਕੁਐਸਚਨ ਪੁੱਛਣਾ ਚਾਹਾਂਗਾ। ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਜੀ ਠੀਕ ਹੈ ਦੀਪਕ ਜੀ, ਮਾਫੀ ਚਾਹੂੰਗਾ, ਹੁਣ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਆਪਣੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਤੁਹਾਡਾ ਲਾਸਟ ਰਿਐਕਸ਼ਨ ਨਹੀਂ ਲੈ ਪਾਉਂਗਾ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡਾ ਜੁੜਨ ਲਈ। ਅਮਰਜੀਤ ਜੀ ਤੁਹਾਡਾ ਵੀ, ਕੁਲਬੀਰ ਜੀਰਾ ਜੀ ਤੁਹਾਡਾ ਵੀ, ਸਰੀਨ ਸਾਹਿਬ ਤੁਹਾਡਾ ਵੀ। ਇਸ ਚਰਚਾ ਦੇ ਵਿੱਚ 2 ਪੁਆਇੰਟਾਂ ਦੇ ਉੱਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਸੀਨੀਅਰ ਵਕੀਲ ਸਾਡੇ ਨਾਲ ਜੁੜੇ ਉਹਨਾਂ ਨੇ ਤਰਕ ਦਿੱਤਾ ਹੈ ਕਿ ਇਹ ਗੈਰ ਸੰਵਿਧਾਨਿਕ ਨਹੀਂ ਨੇ, ਪਰ ਬਹੁਤ ਸਾਰੇ ਇਸ ਦੇ ਵਿੱਚ ਅਜਿਹੀਆਂ ਕਲੌਜ਼ਸ ਹੈਗੀਆਂ ਨੇ ਜਿਸ ਦੇ ਨਾਲ ਦਿੱਕਤ ਕਿਸਾਨਾਂ ਨੂੰ ਹੋ ਸਕਦੀ ਹੈ। ਉਸ ਦੇ ਉੱਤੇ ਸਰਕਾਰ ਜ਼ਰੂਰ ਸੋਚੇ ਜਾਂ ਫਿਰ ਉਸ ਨੂੰ ਲੈ ਕੇ ਸੁਪਰੀਮ ਕੋਰਟ ਜਾਇਆ ਜਾ ਸਕਦਾ ਹੈ। ਤੇ ਦੂਜਾ ਅਹਿਮ ਗੱਲ ਕਿ ਜਿਹੜੀ ਮੀਟਿੰਗ ਹੈ ਉਹ ਕਦੋਂ ਹੋਏਗੀ, ਇਸ ਨੂੰ ਲੈ ਕੇ ਸਸਪੈਂਸ ਸ਼ਸ਼ੋਪੰਚ ਹੁਣ ਵੀ ਬਰਕਰਾਰ ਹੈ। ਕਿਸਾਨਾਂ ਨੇ ਇੱਕ ਵਾਰ ਮੁੜ ਤੋਂ ਹੁਣ ਗੇਂਦ ਸਰਕਾਰ ਦੇ ਪਾਲੇ ਸੁੱਟੀ ਹੈ ਕਿ ਤੁਸੀਂ ਠੋਸ ਪ੍ਰਸਤਾਵ ਬਣਾ ਕੇ ਭੇਜੋ ਸਾਡੇ ਕੋਲ ਕਿ ਜਦੋਂ ਗੱਲਬਾਤ ਦੀ ਟੇਬਲ ਦੇ ਉੱਤੇ ਬੈਠਣਾ ਹੈ ਤਾਂ ਗੱਲਬਾਤ ਕੀ ਹੋਏਗੀ, ਕਿਹੜੇ ਬਿੰਦੂਆਂ ਦੇ ਉੱਤੇ ਹੋਏਗੀ, ਕੌਣ ਉਸ ਦੇ ਵਿੱਚ ਗੱਲਬਾਤ ਕਰੇਗਾ। ਤੇ ਇਹ ਵੀ ਬਹੁਤ ਕਲੀਅਰ ਕੀਤਾ ਜਾ ਰਿਹਾ ਕਿ ਕਾਨੂੰਨ ਰੱਦ ਕਰਵਾ ਕੇ ਅਸੀਂ ਹਟਾਂਗੇ ਤੇ ਸਾਡੇ ਵੱਲੋਂ ਅਮੈਂਡਮੈਂਟ ਜਾਂ ਫਿਰ ਸਸਪੈਂਸ਼ਨ ਨੂੰ ਵੀ ਮੰਨਿਆ ਨਹੀਂ ਜਾਏਗਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਚਰਚਾ ਦੇ ਵਿੱਚ ਨਹੀਂ, ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ, ਦੱਸਾਂਗੇ ਆਪਣੇ ਦਰਸ਼ਕਾਂ ਦੀ ਰਾਏ।
ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੀ ਤੇ ਉਸ ਦੇ ਉੱਤੇ ਆਏ ਸਾਡੇ ਦਰਸ਼ਕਾਂ ਦੀ ਰਾਏ ਦੀ। ਹੁਣ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਅੱਜ ਦੀ ਰਾਏ। ਅਸੀਂ ਸਵਾਲ ਪੁੱਛਿਆ ਸੀ ਪਹਿਲਾਂ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜੋ ਅੱਜ ਸਾਡਾ ਸਵਾਲ ਸੀ। ਸਾਡਾ ਅੱਜ ਦਾ ਸਵਾਲ ਸੀ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕੀ ਪੰਜਾਬ ਦੇ ਕਿਸਾਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ। ਇਸ ਕਰਕੇ ਵੀ ਸਵਾਲ ਹੈ ਕਿਉਂਕਿ ਲਗਾਤਾਰ ਹੋ ਰਿਹਾ ਕਿ ਫੂਡ ਗ੍ਰੇਨ ਤੇ ਫੂਡ ਸਟਫ ਦਾ ਮੁੱਦਾ ਉੱਠ ਰਿਹਾ ਹੈ ਤੇ ਗੈਰ ਸੰਵਿਧਾਨਿਕ ਇਸ ਕਾਨੂੰਨਾਂ ਨੂੰ ਕਿਹਾ ਜਾ ਰਿਹਾ ਹੈ। ਤੇ ਇਸ ਦੇ ਉੱਤੇ ਇਸ ਕਰਕੇ ਅਸੀਂ ਅੱਜ ਦਾ ਸਵਾਲ ਪੁੱਛਿਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕੀ ਪੰਜਾਬ ਦੇ ਕਿਸਾਨਾਂ ਨੂੰ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ। ਤੇ ਜੋ ਰਾਏ ਸਾਡੇ ਦਰਸ਼ਕਾਂ ਦੀ ਪਹੁੰਚੀ ਹੈ ਸਾਡੇ ਤੱਕ, ਹੁਣ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਜ਼ਿਆਦਾਤਰ ਸਾਡੇ ਦਰਸ਼ਕਾਂ ਦੀ ਰਾਏ ਹੈ ਕਿ ਜੀ ਨਹੀਂ, ਸੁਪਰੀਮ ਕੋਰਟ ਨਹੀਂ ਜਾਣਾ ਚਾਹੀਦਾ। ਜੀ ਹਾਂ, 30% ਨੇ ਕਿਹਾ, ਸਿਰਫ 30% ਦੇ ਸਾਡੇ ਦਰਸ਼ਕ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਜਾਣਾ ਚਾਹੀਦਾ ਹੈ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੇ ਖਿਲਾਫ, ਜਦਕਿ 70% ਸਾਡੇ ਦਰਸ਼ਕ ਕਹਿ ਰਹੇ ਨੇ ਕਿ ਨਹੀਂ, ਸੁਪਰੀਮ ਕੋਰਟ ਨਹੀਂ ਜਾਣਾ ਚਾਹੀਦਾ ਇਹਨਾਂ ਕਾਨੂੰਨਾਂ ਦੇ ਖਿਲਾਫ। ਤਾਂ ਇਹ ਦਰਸ਼ਕਾਂ ਦੀ ਰਾਏ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਫਿਲਹਾਲ ਵੇਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।